हे संसार ताप हरण करुणा मैं सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव। ज्यों बोलावैं त्यों बोलह स्वामी कुदरत कवण हमारी। साध संग नानक जस गायो जो प्रभ की अत प्यारी। साध संग नानक जस गायो जो प्रभ की अत प्यारी। परम सन्मान जोग पतित पावन किरपा निधान अनाथां दे नाथ जुगो जुग अटल। शबद गुरु श्री गुरु ग्रंथ साहिब पातशाह महाराज जी दी पावन पवित्र हजूरी अंदर सुभाईमान। गुरु प्यारी सवारी साध संगत वड भागे हो। धन धन सतगुरु श्री गुरु तेग बहादुर साहिब पातशाह महाराज जिन्हां बारे ਅਸੀਂ ਰੋਜ਼ਾਨਾ ਬਚਨ ਦ੍ਰਿੜ ਕਰਦੇ ਹਾਂ। ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੇ ਧਾਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਅੰਮ੍ਰਿਤਮਈ ਉਪਦੇਸ਼ ਕਿ ਜਿਹੜਾ ਮਨ ਕਰਕੇ ਬਚਨ ਕਰਕੇ ਕਰਮਾਂ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਸੁਣੇਗਾ ਤੇ ਅਮਲ ਕਰੇਗਾ, ਉਸ ਦੇ ਘਰ ਵਿੱਚ ਦੁਨੀਆ ਦੇ ਖਜ਼ਾਨੇ ਜਿਹੜੇ ਨੇ ਉਹ ਦੌੜ ਕਰਕੇ ਆ ਜਾਣਗੇ। ਐਸੇ ਦੀਨ ਦਿਆਲ ਸਤਿਗੁਰੂ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਪਏ ਹੋ। ਆਓ ਗੁਰਮਤਿ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਅਸਥਾਨ 'ਤੇ ਚੱਲ ਰਹੀ ਲੜੀਵਾਰ ਕਥਾ, ਇਸ ਵਿੱਚੋਂ ਜਿਹੜਾ ਅੱਜ ਆਪਾਂ ਨੇ ਸ਼ਬਦ ਦੇ ਵਿਚਾਰ ਕਰਨੀ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ। ਇਸ ਬਾਣੀ ਵਿੱਚੋਂ 18ਵੇਂ ਸ਼ਲੋਕ ਦੇ ਨਾਲ ਜਿਹੜੀ ਅਸ਼ਟਪਦੀ ਹੈ, ਉਸ ਅਸ਼ਟਪਦੀ ਦੇ ਅਖੀਰਲੇ ਪਦੇ ਭਾਵ ਕਿ 7ਵਾਂ ਤੇ 8ਵਾਂ ਪਦਾ ਵਿਚਾਰ ਅਧੀਨ ਹੈ। ਮੂਲ ਪਾਠ ਆਪ ਜੀ ਨੇ ਅਤਿ ਸਤਿਕਾਰਯੋਗ ਗੁਰੂ ਕੇ ਵਜ਼ੀਰ ਭਾਈ ਸਰਬਇੰਦਰ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਪਈ ਕਰਦੇ ਨੇ। ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਭਾਈ। ਕਹਿੰਦੇ ਸਤਿਗੁਰੂ ਨੇ ਕਿਰਪਾ ਕੀਤੀ, ਮੇਰੇ ਹਿਰਦੇ ਨੂੰ ਠੰਡਾ ਠਾਰ ਕਰ ਦਿੱਤਾ। ਇਸ ਦਾ ਮਤਲਬ ਹਿਰਦਾ ਜਿਹੜਾ ਨਾ ਇਹ ਤਪਰਿਆ ਹੋਏਗਾ, ਹਿਰਦੇ ਦੇ ਅੰਦਰ ਗਰਮੀ ਹੋਏਗੀ ਤਾਂ ਹੀ ਸਤਿਗੁਰੂ ਨੂੰ ਠੰਡਾ ਕਰਨਾ ਪਿਆ। ਸਾਧ ਸੰਗਤ ਠੰਡ ਕਰਨ ਦੀ ਲੋੜ ਕਿੱਥੇ ਪੈਂਦੀ ਹੈ?
ਆਪ ਸਾਰੇ ਜਾਣਦੇ ਹੋ, ਜਿੱਥੇ ਤਪਸ਼ ਹੋਵੇ, ਜਿੱਥੇ ਗਰਮੀ ਹੋਵੇ, ਉੱਥੇ ਠੰਡ ਦੀ ਲੋੜ ਪੈਂਦੀ ਹੈ। ਮੌਸਮ ਜਿਹੜਾ ਹੈ ਗਰਮੀ ਦਾ ਚੱਲਦਾ ਪਿਆ ਹੈ, ਅਤ ਦੀ ਗਰਮੀ ਹੋ ਰਹੀ ਹੈ। ਅਸੀਂ ਸੋਚਦੇ ਹਾਂ ਜਿੱਥੇ ਅਸੀਂ ਬੈਠੀਏ, ਜਿੱਥੇ ਅਸੀਂ ਕੰਮ ਕਰੀਏ, ਜਿੱਥੇ ਅਸੀਂ ਜਾਈਏ, ਜਿੱਥੇ ਸੋਈਏ, ਉਹ ਜਿਹੜਾ ਏਰੀਆ ਹੈ ਨਾ ਉਹ ਠੰਡਾ ਹੋਣਾ ਚਾਹੀਦਾ ਹੈ, ਤੇ ਅਸੀਂ ਕਰਦੇ ਵੀ ਹਾਂ। ਪੱਖਿਆਂ ਦਾ, ਕੂਲਰਾਂ ਦਾ, ਏਸੀਆਂ ਦਾ ਸਹਾਰਾ ਲੈ ਕਰਕੇ ਆਪਣੇ ਅਸਥਾਨ ਨੂੰ, ਰਹਿਣ ਸਹਿਣ ਦੇ ਅਸਥਾਨ ਨੂੰ ਅਸੀਂ ਠੰਡਾ ਕਰ ਲੈਂਦੇ ਹਾਂ। ਤਾਂ ਗਰਮੀ ਤੋਂ ਬਚਣ ਵਾਸਤੇ, ਤਪਸ਼ ਤੋਂ ਬਚਣ ਵਾਸਤੇ ਹੁਣ ਪਾਤਸ਼ਾਹ ਕਹਿੰਦੇ ਸਜਣਾ ਤੇਰਾ ਹਿਰਦਾ ਜਿਹੜਾ ਨਾ ਇਹ ਸੜਦਾ ਤੇ ਬਲਦਾ ਪਿਆ ਹੈ। ਬਚਨ ਆਪ ਸਾਰਿਆਂ ਨੂੰ ਚੇਤੇ ਹੋਵੇਗਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ। ਇਹ ਸਾਡੀ ਜਿੰਦ, ਸਾਡੀ ਆਤਮਾ ਤਪਦੀ ਹੈ, ਔਰ ਬਾਰ-ਬਾਰ ਤਪਦੀ ਹੈ, ਇੱਕ ਵਾਰ ਨਹੀਂ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਤੇ ਤਪ ਤਪ ਕੇ ਦੁਖੀ ਹੋ ਕੇ ਇਹ ਫਿਰ ਵਿਕਾਰਾਂ ਵਿੱਚ ਪੈਂਦੀ ਹੈ। ਜੈ ਤਨ ਬਾਣੀ ਬਿਸਰ ਜਾਏ। ਜਦੋਂ ਅਸੀਂ ਗੁਰਬਾਣੀ ਦੇ ਦਰਸ਼ਨ ਕਰਦੇ ਹਾਂ ਨਾ, ਤਾਂ ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ। ਤਨ ਵਿੱਚੋਂ, ਸਰੀਰ ਵਿੱਚੋਂ ਜੈ ਤਨ ਬਾਣੀ ਵਿਸਰ ਜਾਏ। ਜਿਸ ਸਰੀਰ ਵਿੱਚੋਂ ਪ੍ਰਮਾਤਮਾ ਦੀ ਬਾਣੀ, ਇਲਾਹੀ ਬਾਣੀ, ਧੁਰ ਕੀ ਬਾਣੀ ਜਿਹੜੀ ਹੈ ਨਿਕਲ ਗਈ, ਵਿਸਰ ਗਈ। ਜਿਹੜਾ ਬਾਣੀ ਦੇ ਨਾਲ ਨਹੀਂ ਜੁੜਿਆ ਹੋਇਆ, ਜੈ ਤਨ ਬਾਣੀ ਵਿਸਰ ਜਾਏ। ਜਿਉਂ ਪੱਕਾ ਰੋਗੀ ਵਿਲ ਲਾਏ। ਉਹ ਇਵੇਂ ਵਿਲਕਦਾ ਹੈ, ਇਵੇਂ ਤੜਫਦਾ ਹੈ, ਜਿਵੇਂ ਕੋੜ ਦਾ ਰੋਗੀ ਤੜਫਦਾ ਹੋਵੇ, ਕੁਰਲਾਉਂਦਾ ਹੋਵੇ। ਹੁਣ ਕੌੜ ਦਾ ਰੋਗ ਜਿਹੜਾ ਹੈ ਨਾ, ਉਹ ਰੋਗਾਂ ਵਿੱਚ ਸਭ ਤੋਂ ਮਾੜਾ ਰੋਗ ਹੈ। ਅਸੀਂ ਜਦੋਂ ਕੋਈ ਕਿਸੇ ਨੂੰ ਬਦਦੁਆ ਦਿੰਦਾ ਹੈ ਨਾ, ਉਹ ਕਹਿ ਦਿੰਦਾ ਆਮ ਕਰਕੇ ਤੂੰ ਕੋਢੀ ਹੋ ਕੇ ਮਰੇਂਗਾ। ਭਾਵ ਕਿ ਇਹ ਕੋੜ ਦਾ ਜਿਹੜਾ ਰੋਗ ਹੈ ਨਾ, ਅਤ ਦਾ ਮਾੜਾ ਰੋਗ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਮ ਤੋਂ ਟੁੱਟ ਗਿਆ, ਜਿਸ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਬਾਣੀ ਨਹੀਂ, ਸਮਝ ਲਓ ਉਹ ਇਵੇਂ ਰੋਂਦਾ ਹੈ, ਇਵੇਂ ਕੁਰਲਾਉਂਦਾ ਹੈ, ਇਵੇਂ ਤੜਫਦਾ ਹੈ, ਜਿਵੇਂ ਕੋੜ ਦਾ ਰੋਗੀ ਤੜਫਦਾ ਹੈ। ਹੁਣ ਸਤਿਗੁਰੂ ਨੇ ਕਿਰਪਾ ਕੀਤੀ। ਪਾਤਸ਼ਾਹ ਕਹਿੰਦੇ ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਸਤਿਗੁਰੂ ਨੇ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਅੰਦਰ ਵਸਾ ਦਿੱਤਾ, ਤੇ ਇਸ ਕਰਕੇ ਇਹ ਜਿਹੜਾ ਹਿਰਦਾ ਤਪਦਾ ਤੇ ਬਲਦਾ ਸੀ, ਇਹ ਠੰਡਾ ਠਾਰ ਹੋ ਗਿਆ। ਸਾਧ ਸੰਗਤ, ਦੁਨੀਆ ਦੇ ਅੰਦਰ ਜਿੰਨੀਆਂ ਚੰਗਿਆਈਆਂ ਨੇ ਨਾ, ਇਹਨਾਂ ਨੂੰ ਠੰਡ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ, ਤੇ ਜਿੰਨੀਆਂ ਵੀ ਬੁਰੀਆਈਆਂ ਨੇ, ਇਹਨਾਂ ਨੂੰ ਗਰਮੀ ਦੇ ਨਾਲ ਤਸ਼ਬੀਹ ਦਿੱਤੀ ਗਈ। ਖਿਆਲ ਕਰਿਓ, ਜਿਹੜਾ ਬੰਦਾ ਮਿੱਠ ਬੋਲੜਾ ਹੋਵੇ, ਜਿਹੜਾ ਬੰਦਾ ਧੀਰਜਵਾਨ ਹੋਵੇ, ਸੰਤੋਖੀ ਹੋਵੇ, ਖਿਮਾਵਾਨ ਹੋਵੇ, ਅਸੀਂ ਕਹਿ ਦਿੰਦੇ ਹਾਂ ਬੜੇ ਠੰਡੇ ਸੁਭਾਅ ਵਾਲਾ ਬੰਦਾ ਹੈ। ਪਰ ਇਸ ਦੇ ਵਿਪਰੀਤ, ਇਸ ਦੇ ਉਲਟ, ਜਿਹੜਾ ਬੰਦਾ ਅਹੰਕਾਰੀ ਹੋਵੇ, ਕ੍ਰੋਧੀ ਹੋਵੇ, ਕੌੜੇ ਬਚਨ ਬੋਲਦਾ ਹੋਵੇ, ਅਸੀਂ ਕਹਿੰਦੇ ਹਾਂ ਬੜੇ ਗਰਮ ਸੁਭਾਅ ਵਾਲਾ ਬੰਦਾ ਹੈ। ਇਸ ਦਾ ਮਤਲਬ ਇਹ ਹੋਇਆ, ਜਿਸ ਹਿਰਦੇ ਦੇ ਅੰਦਰ ਤਪਸ਼ ਹੈ, ਉੱਥੋਂ ਬੁਰੀਆਈਆਂ ਪੈਦਾ ਹੁੰਦੀਆਂ ਨੇ। ਪਰ ਜਿਹੜਾ ਹਿਰਦਾ ਗੁਰੂ ਦੀ ਕਿਰਪਾ ਦੇ ਨਾਲ ਠੰਡਾ ਹੋ ਜਾਂਦਾ ਹੈ ਨਾ, ਤਾਂ ਫਿਰ ਉੱਥੋਂ ਚੰਗਿਆਈਆਂ ਦਾ ਜਨਮ ਹੁੰਦਾ ਹੈ। ਤਪਸ਼ ਜਿਹੜੀ ਹੈ ਬੁਰੀਆਈਆਂ ਨੂੰ ਜਨਮ ਦਿੰਦੀ ਹੈ ਹਿਰਦੇ ਦੀ, ਤੇ ਹਿਰਦੇ ਦੀ ਠੰਡਕ ਜਿਹੜੀ ਹੈ ਇਹ ਜਨਮ ਦਿੰਦੀ ਹੈ ਚੰਗਿਆਈਆਂ ਨੂੰ। ਇਸ ਕਰਕੇ ਪਾਤਸ਼ਾਹ ਨੇ ਕਹਿ ਦਿੱਤਾ, ਸੱਜਣਾ ਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਹਿਰਦੇ ਨੂੰ ਠੰਡਾ ਕਰ। ਸੁਖਮਨੀ ਸਾਹਿਬ ਦੇ ਅੰਦਰ ਬਚਨ ਆਉਂਦਾ ਹੈ, ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ। ਪਾਤਸ਼ਾਹ ਕਹਿੰਦੇ ਇਹ ਜਿਹੜੇ ਕਲਯੁਗੀ ਸੁਭਾਵ ਹੈ ਨਾ, ਵਿਕਾਰ, ਇਹ ਤੱਤੇ ਨੇ, ਇਹ ਬੰਦੇ ਦੀ ਆਤਮਾ ਨੂੰ ਤਪਾ ਦਿੰਦੇ ਹਨ। ਪਰ ਪਰਮਾਤਮਾ ਦਾ ਨਾਮ ਠੰਡਾ ਹੈ। ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਇਸ ਨਾਮ ਨੂੰ ਸਿਮਰ ਕੇ ਹਮੇਸ਼ਾ ਤੈਨੂੰ ਸੁਖ ਦੀ ਪ੍ਰਾਪਤੀ ਹੋਏਗੀ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਫਿਰ ਇਸ ਅੰਦਰ ਦੇ ਬਲਦੇ ਸੜਦੇ ਕੜਾਂ ਨੂੰ ਬੁਝਾ ਦਿੰਦਾ ਹੈ, ਤੇ ਬੰਦੇ ਦਾ ਮਾਇਆ ਦੇ ਪਿੱਛੇ ਦੌੜਨਾ, ਆਣਾ ਜਾਣਾ ਜਿਹੜਾ ਨਾ, ਉਹ ਮੁੱਕ ਜਾਂਦਾ ਹੈ। ਸਤਿਗੁਰੂ ਦਾ ਬਚਨ, ਆਵਣ ਜਾਣ ਰਹਿਓ
ਤਪਤ ਕੜਾਹਾ ਬੁਝ ਗਿਆ, ਗੁਰ ਸ਼ੀਤਲ ਨਾਮ ਦਿਓ। ਗੁਰੂ ਨੇ ਕਿਰਪਾ ਕੀਤੀ, ਆਪਣਾ ਸ਼ੀਤਲ ਨਾਮ ਦੇ ਦਿੱਤਾ। ਇਸ ਕਰਕੇ ਮਾਇਆ ਦੇ ਪਿੱਛੇ ਜਿਹੜੀ ਭਟਕਣਾ ਸੀ ਨਾ, ਉਹ ਮੁੱਕ ਗਈ, ਖਤਮ ਹੋ ਗਈ। ਸਾਧ ਸੰਗਤ, ਇੱਕ ਗੱਲ ਚੇਤੇ ਰੱਖਣਾ, ਸਰੀਰ ਨੂੰ ਤਪਸ਼ ਤੋਂ ਬਚਾਉਣ ਦੇ ਸਾਡੇ ਕੋਲ ਬਹੁਤ ਸਾਧਨ ਨੇ। ਅੱਜ ਅਸੀਂ ਆਪਣੇ ਸਰੀਰ ਨੂੰ ਤਪਸ਼ ਤੋਂ ਬਚਾ ਸਕਦੇ ਹਾਂ, ਅਤ ਦੇ ਸਾਧਨ ਸਾਡੇ ਕੋਲ ਨੇ। ਪਰ ਜੇ ਆਤਮਾ ਨੂੰ ਤਪਸ਼ ਤੋਂ ਬਚਾਉਣਾ ਹੋਵੇ, ਆਤਮਾ ਨੂੰ ਗਰਮੀ ਤੋਂ ਬਚਾਉਣਾ ਹੋਵੇ, ਤੇ ਫਿਰ ਇੱਕੋ ਹੀ ਇੱਕ ਸਾਧਨ ਹੈ, ਇੱਕੋ ਹੀ ਇੱਕ ਤਰੀਕਾ ਹੈ। ਉਹ ਤਰੀਕਾ ਹੈ ਗੁਰੂ ਦੀ ਸੰਗਤ ਵਿੱਚ ਆ ਕਰਕੇ ਨਾਮ ਦੇ ਛਿੱਟੇ ਆਪਣੀ ਆਤਮਾ ਦੇ ਉੱਤੇ ਪਾ ਲੈਣੇ। ਸ੍ਰੀ ਰਾਗ ਦਾ ਪਹਿਲਾ ਸ਼ਬਦ, ਪਹਿਲੇ ਸ਼ਬਦ ਦੀ ਰਾਹੂ ਦੀਆਂ ਤੁਕਾਂ ਵਿੱਚ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਇੱਕ ਖੁਲਾਸਾ ਕਰ ਦਿੱਤਾ। ਪਾਤਸ਼ਾਹ ਕਹਿੰਦੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਕਹਿੰਦੇ ਮੈਂ ਆਪਣੇ ਸਤਿਗੁਰੂ ਨੂੰ ਪੁੱਛ ਕਰਕੇ ਵੇਖ ਲਿਆ ਕਿ ਨਾਮ ਤੋਂ ਬਗੈਰ ਆਤਮਾ ਦੀ ਤਪਸ਼ ਨਹੀਂ ਮਿਟ ਸਕਦੀ। ਗੁਰੂ ਪਿਆਰਿਓ, ਅਸੀਂ ਆਪਣੇ ਸਰੀਰ ਦੀ ਤਪਸ਼ ਨੂੰ ਮਿਟਾ ਸਕਦੇ ਹਾਂ, ਸਾਡੇ ਕੋਲ ਸਾਧਨ ਹੈ। ਜੇ ਸਾਨੂੰ ਗਰਮੀ ਤੋਂ ਬਚਣਾ ਹੈ ਤੇ ਅਸੀਂ ਪੱਖਿਆਂ ਦਾ ਸਹਾਰਾ ਲੈਂਦੇ ਹਾਂ, ਕੋਈ ਕੂਲਰ ਦਾ, ਕੋਈ ਏਸੀਆਂ ਦਾ ਸਹਾਰਾ ਲੈ ਲੈਂਦਾ ਹੈ। ਇਸ ਸਰੀਰ ਦੀ ਤਪਸ਼ ਤੋਂ ਬਚ ਜਾਂਦਾ ਹੈ, ਗਰਮੀ ਤੋਂ ਬਚ ਜਾਂਦਾ ਹੈ। ਕੋਈ ਚੰਦਨ ਦਾ ਲੇਪਨ ਕਰਕੇ ਵੀ ਸਰੀਰ ਦੀ ਤਪਸ਼ ਤੋਂ ਬਚ ਸਕਦਾ ਹੈ। ਕੋਈ ਠੰਡੇ ਇਲਾਕਿਆਂ ਵਿੱਚ ਜਾ ਕਰਕੇ ਵੀ ਇਸ ਸਰੀਰ ਦੀ ਤਪਸ਼ ਤੋਂ ਬਚ ਸਕਦਾ ਹੈ। ਪਰ ਖਿਆਲ ਕਰਿਓ, ਠੰਡੇ ਇਲਾਕਿਆਂ ਵਿੱਚ ਜਾ ਕਰਕੇ, ਏਸੀ ਰੂਮ ਦੇ ਅੰਦਰ ਬੈਠ ਕਰਕੇ ਜਾਂ ਚੰਦਨ ਦਾ ਲੇਪਨ ਕਰਕੇ ਸਰੀਰ ਦੀ ਤਪਸ਼ ਤੋਂ ਤਾਂ ਬਚਿਆ ਜਾ ਸਕਦਾ ਹੈ, ਪਰ ਜਿਹੜੀ ਆਤਮਾ ਨੂੰ ਤਪਸ਼ ਲੱਗੀ ਹੈ ਨਾ, ਜਿਹੜੀ ਆਤਮਾ ਸੜਦੀ ਤੇ ਬਲਦੀ ਹੈ, ਇਸ ਤੋਂ ਨਹੀਂ ਬਚਿਆ ਜਾ ਸਕਦਾ। ਇਹੀ ਕਾਰਨ ਹੈ ਠੰਡੇ ਇਲਾਕਿਆਂ ਵਿੱਚ ਰਹਿ ਕਰਕੇ, ਠੰਡ ਦੀ ਥਾਂ ਬੈਠ ਕਰਕੇ, ਠੰਡੀ ਰੁੱਤ ਦੇ ਅੰਦਰ ਵੀ ਬੰਦਾ ਜਿਹੜਾ ਨਾ ਅੰਦਰੋਂ ਸੜਦਾ ਬਲਦਾ ਰਹਿੰਦਾ ਹੈ। ਇਸ ਦੇ ਅੰਦਰ ਕ੍ਰੋਧ ਦੀ ਅੱਗ, ਅਹੰਕਾਰ ਦੀ ਅੱਗ, ਕਾਮ ਦੀ ਅੱਗ ਜਿਹੜੀ ਹੈ ਨਾ, ਉਹ ਕਦੇ ਖਤਮ ਨਹੀਂ ਜੇ ਹੋ ਸਕਦੀ। ਇਹ ਖਤਮ ਹੋ ਸਕਦੀ ਹੈ ਤਾਂ ਕੇਵਲ ਇੱਕ ਤਰੀਕਾ ਹੈ, ਉਹ ਤਰੀਕਾ ਹੈ ਪਰਮਾਤਮਾ ਦੇ ਨਾਮ ਦਾ ਜਲ ਜਿਹੜਾ ਹੈ ਆਪਣੀ ਆਤਮਾ ਤੱਕ ਲੈ ਜਾਣਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੋਲ ਨਾ ਮਿਟਈ ਘਾਮ, ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਕਹਿੰਦੇ ਕਿਸੇ ਨੂੰ ਠੰਡ ਦੀ ਰੁੱਤ ਪ੍ਰਾਪਤ ਹੋ ਜਾਵੇ, ਕੋਈ ਚੰਦਨ ਦਾ ਲੇਪਨ ਕਰ ਲਏ, ਕੋਈ ਠੰਡੇ ਇਲਾਕਿਆਂ ਵਿੱਚ ਚਲਾ ਜਾਏ, ਸਰੀਰ ਦੀ ਤਪਸ਼ ਨੂੰ ਤਾਂ ਮਿਟਾ ਸਕਦਾ ਹੈ, ਪਰ ਮੂਲ ਨਾ ਮਿਟਈ ਘਾਮ। ਅੰਦਰ ਜਿਹੜੀ ਤਪਸ਼ ਹੈ, ਜਿਹੜਾ ਹਿਰਦਾ ਤਪਦਾ ਤੇ ਬਲਦਾ ਹੈ, ਗੁਰੂ ਪਿਆਰਿਓ, ਇਸ ਨੂੰ ਨਹੀਂ ਖਤਮ ਕੀਤਾ ਜਾ ਸਕਦਾ। ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਅੰਦਰ ਦੀ ਸ਼ੀਤਲਤਾ ਕਿਵੇਂ ਮਿਲੇ? ਪਾਤਸ਼ਾਹ ਕਹਿੰਦੇ ਨਾਮ ਜਪ ਕਰਕੇ। ਸਹਿਸ ਕੀਰਤੀ ਦੇ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਹੈ। ਪਾਤਸ਼ਾਹ ਕਹਿੰਦੇ, ਨੈ ਸੀਤਲੰਗ ਚੰਦਰ ਦੇਵਾ, ਨੈ ਸੀਤਲੰਗ ਬਾਵਨ ਚੰਦਨੈ, ਨੈ ਸੀਤਲੰਗ ਸੀਤ ਰੁਤੇਣ। ਇਹ ਤਿੰਨ ਚੀਜ਼ਾਂ ਦੱਸੀਆਂ, ਠੰਡੀਆਂ, ਚੰਦਰਮਾ ਠੰਡਾ, ਚਿੱਟਾ ਚੰਦਨ ਠੰਡਾ, ਤੇ ਫਿਰ ਪਾਤਸ਼ਾਹ ਕਹਿੰਦੇ ਸੀਤ ਰੂਤ ਜਿਹੜੀ ਹੈ ਨਾ, ਸਿਆਲ ਦੀ ਰੁੱਤ, ਇਹ ਵੀ ਅਤੜੀ ਠੰਡੀ। ਪਾਤਸ਼ਾਹ ਕਹਿੰਦੇ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਸਰੀਰ ਦੀ ਤਪਸ਼ਤਾ ਖਤਮ ਹੋ ਸਕਦੀ ਹੈ, ਪਰ ਆਤਮਾ ਦੀ ਤਪਸ਼ ਇਹ ਕਦੇ ਵੀ ਖਤਮ ਨਹੀਂ ਜੇ ਹੋ ਸਕਦੀ। ਨੈ ਸੀਤਲੰਗ ਚੰਦਰ ਦੇਵਾ, ਨੈ ਸੀਤਲੰਗ ਬਾਵਨ ਚੰਦਨੈ, ਨੈ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨੈ। ਫਿਰ ਅੰਦਰ ਨੂੰ ਸ਼ੀਤਲਤਾ ਕਿਵੇਂ ਮਿਲੇ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਗੁਰੂ ਦੀ ਸੰਗਤ ਵਿੱਚ ਆ ਕਰਕੇ, ਗੁਰਮੁਖਾਂ ਦੇ ਨਾਲ ਮਿਲ ਕਰਕੇ ਹੀ ਅੰਦਰ ਦੀ ਸ਼ੀਤਲਤਾ ਜਿਹੜੀ ਹੈ ਇਹ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ, ਜਿਨ੍ਹਾਂ ਨੂੰ ਅੰਦਰ ਦੀ ਸ਼ੀਤਲਤਾ ਪ੍ਰਾਪਤ ਹੋ ਗਈ ਨਾ, ਫਿਰ ਭਾਵੇਂ ਉਹਨਾਂ ਦੇ ਸਰੀਰ ਨੂੰ ਤਪਾ ਦਿੱਤਾ ਜਾਵੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਿਨ੍ਹਾਂ ਦੇ ਅੰਦਰ ਤਪਦਾ ਤੇ ਬਲਦਾ ਹੈ,
ਭਾਵੇਂ ਸਰੀਰ ਸੀਤਲ ਹੋ ਜਾਵੇ, ਉਹਨਾਂ ਦਾ ਅੰਦਰ ਤਪਦਾ ਤੇ ਬਲਦਾ ਹੀ ਰਹੇਗਾ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਕਹਿਣਾ ਪਿਆ, ਆਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨਾ ਜਿੰਨਾ ਪਾਸ। ਹੜ੍ਹ ਦਾ ਮਹੀਨਾ ਚੱਲਦਾ ਪਿਆ ਹੈ। ਸਤਿਗੁਰ ਕਹਿੰਦੇ ਕਿਸ ਨੂੰ ਤਪਦਾ ਤੇ ਬਲਦਾ ਪ੍ਰਤੀਤ ਹੁੰਦਾ ਹੈ? ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ। ਆਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧਿਆਸ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਮਨੁੱਖਾਂ ਦੀ ਟੇਕ ਲੈ ਲਈ, ਇੱਕ ਪਰਮਾਤਮਾ ਦੀ ਟੇਕ ਤਿਆਗ ਦਿੱਤੀ ਤੇ ਦੁਨੀਆ ਦੀ ਟੇਕ ਲੈ ਕਰਕੇ ਤੁਰਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦੇ ਦੇ ਅੰਦਰ ਹਮੇਸ਼ਾ ਤੜਫ ਰਹਿੰਦੀ ਹੈ, ਤਪਸ਼ ਰਹਿੰਦੀ ਹੈ। ਅੰਦਰ ਜਿਹੜਾ ਇਹ ਸੜਦਾ ਤੇ ਬਲਦਾ ਰਹਿੰਦਾ ਹੈ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੇ ਵਿਚਾਰ ਪਾਵਨ ਪਵਿੱਤਰ ਅਸਥਾਨ ਤੇ ਚੱਲਦੀ ਪਈ ਹੈ। ਸ਼ਹੀਦਾਂ ਦਾ ਸਰਤਾਜ ਅਸੀਂ ਕਹਿ ਕਰਕੇ ਯਾਦ ਕਰਦੇ ਹਾਂ, ਕਿਉਂਕਿ ਸ਼ਹੀਦਾਂ ਦੀ ਸ਼ੁਰੂਆਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕਰ ਦਿੱਤੀ। ਸਾਧ ਸੰਗਤ, ਆਪ ਸਾਰੇ ਜਾਣਦੇ ਹੋ ਕਿਵੇਂ ਸ਼ਹੀਦ ਕੀਤਾ ਗਿਆ। ਤੱਤੀ ਤਵੀ ਕਰਕੇ ਉਤੋਂ ਤੱਤਾ ਰੇਤਾ ਪਾਇਆ ਗਿਆ। ਅੱਤ ਦੇ ਤਸੀਏ ਦੇ ਕਰਕੇ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। ਜ਼ਾਲਮ ਚਾਹੁੰਦੇ ਸਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਸੀਂ ਤਪਾ ਦਈਏ। ਉਹਨਾਂ ਨੇ ਤਪਾਇਆ ਵੀ, ਪਰ ਤਪਾਇਆ ਕੀ? ਕੇਵਲ ਤੇ ਕੇਵਲ ਸਰੀਰ, ਅੰਦਰ ਦੀ ਆਤਮਾ ਨੂੰ ਨਹੀਂ ਤਪਾ ਸਕੇ। ਸਰੀਰ ਛਾਲੇ ਛਾਲੇ ਕਰ ਦਿੱਤਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸਬਰ, ਉਹਨਾਂ ਦਾ ਸੰਤੋਖ, ਉਸ ਨੂੰ ਕੋਈ ਨਹੀਂ ਤਪਾ ਸਕਿਆ। ਸਾਧ ਸੰਗਤ, ਹੁਣ ਜ਼ਰਾ ਦੇਖੋ, ਹਰੇਕ ਚੀਜ਼ ਜਿਹੜੀ ਹੈ ਉਹ ਤੱਤੀ ਹੋਈ ਪਈ ਹੈ, ਪਰ ਜੇ ਕੋਈ ਠੰਡਾ ਹੈ ਤਾਂ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਠੰਡੇ ਹਨ। ਹਰੇਕ ਚੀਜ਼ ਤਪੀ ਪਈ ਹੈ। ਜੇਠ ਦਾ ਮਹੀਨਾ ਅਤ ਦਾ ਤਪਿਆ ਹੋਇਆ। ਜਹਾਂਗੀਰ ਜਿਹੜਾ ਹੈ ਇਹ ਵੀ ਤੱਤਾ ਹੋਇਆ ਪਿਆ। ਚੰਦੂ ਅੱਗ ਦੇ ਅੰਦਰ ਲਾਲ ਪੀਲਾ ਹੋਇਆ ਪਿਆ ਹੈ। ਜੱਲਾਦ ਤੱਤੇ, ਤਵੀ ਜਿਹੜੀ ਹੈ ਉਹ ਤੱਤੀ ਕਰ ਲਈ, ਰੇਤ ਤੱਤਾ ਕਰ ਦਿੱਤਾ ਗਿਆ। ਇੱਥੋਂ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਮੁਰੀਦ ਸਾਈਂ ਮੀਆਂ ਮੀਰ ਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਹਾਲਤ ਨੂੰ ਵੇਖ ਕਰਕੇ ਤੱਤੇ ਹੋ ਗਏ। ਮੇਰੇ ਸਤਿਗੁਰੂ ਨੂੰ ਐਨੇ ਤਸ਼ੀਏ, ਐਨੇ ਕਸ਼ਟ ਦਿੱਤੇ ਜਾ ਰਹੇ ਨੇ, ਇਹ ਕਸ਼ਟਾਂ ਨੂੰ ਦੇਖ ਕਰਕੇ ਸਾਈਂ ਮੀਆਂ ਮੀਰ ਵੀ ਤੱਤੇ ਹੋ ਗਏ। ਪਰ ਗੁਰੂ ਪਿਆਰਿਓ, ਜੇ ਕੋਈ ਠੰਡਾ ਸੀ ਤਾਂ ਉਹ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਉਹਨਾਂ ਦੇ ਸਰੀਰ ਨੂੰ ਤਪਾ ਦਿੱਤਾ ਗਿਆ, ਪਰ ਖਿਆਲ ਕਰਿਓ ਉਹਨਾਂ ਦੀ ਆਤਮਾ ਨੂੰ, ਉਹਨਾਂ ਦੇ ਮਨ ਨੂੰ ਕੋਈ ਨਹੀਂ ਤਪਾ ਸਕਿਆ। ਪ੍ਰਿੰਸੀਪਲ ਗੰਗਾ ਸਿੰਘ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ। ਉਹ ਕਹਿੰਦੇ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ। ਹੁਣ ਜਿਹੜਾ ਅੱਗ ਦਾ ਸੇਕ ਸੀ ਨਾ, ਉਹ ਦੂਰ ਤੱਕ ਲੱਗ ਰਿਹਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨੇੜੇ ਜਾਣਾ ਵੀ ਬੜਾ ਮੁਸ਼ਕਿਲ ਸੀ। ਜਿਸ ਤੱਤੀ ਤਵੀ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਿਠਾਇਆ ਗਿਆ, ਉੱਥੇ ਕਿੰਨਾ ਕੁ ਸੇਕ ਹੋਵੇਗਾ, ਕਹਿੰਦੇ ਉਸ ਦੇ ਨੇੜੇ ਜਾਣਾ ਵੀ ਬੜਾ ਮੁਸ਼ਕਲ ਸੀ। ਉਹਨਾਂ ਸਤਰਾਂ ਬੜੀਆਂ ਸੋਹਣੀਆਂ ਲਿਖੀਆਂ। ਉਹ ਕਹਿੰਦੇ ਨੇ, ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ। ਚਹੁੰ ਪਾਸੀ ਅੱਗ ਬਰਸਦੀ ਪਈ ਹੈ। ਜੇਠ ਦਾ ਮਹੀਨਾ ਵੀ ਗਰਮ ਹੈ, ਉਧਰ ਜਹਾਂਗੀਰ ਵੀ ਤੱਤਾ ਹੋਇਆ ਪਿਆ ਹੈ। ਰੇਤ ਤੱਤੀ ਕਰ ਲਈ ਗਈ, ਪਾਣੀ ਤੱਤਾ ਹੈ। ਤੱਤੀ ਤਵੀ ਕਰਕੇ ਥੱਲੋਂ ਅੱਗ ਬਾਲੀ ਜਾ ਰਹੀ ਹੈ। ਫਿਰ ਵੀ ਹੁਣ ਇਹ ਸੇਕ ਇੰਨਾ ਜ਼ਿਆਦਾ ਕਿ ਨੇੜੇ ਜਾਣਾ ਬੜਾ ਮੁਸ਼ਕਿਲ। ਚਾਰ ਤਰਫੋਂ ਅੱਗ ਬਰਸੇ, ਸੇਕ ਸੀਤਨ ਸਾੜਦਾ। ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ। ਆ ਡਿੱਠਾ ਸਾਈਂ ਮੀਆਂ ਮੀਰ ਹਾਲ ਜਦ ਯਾਰ ਦਾ। ਹੋ ਵਿਆਕੁਲ ਰੋ ਪਿਆ, ਚੀਕਾਂ ਤੇ ਢਾਈਆਂ ਮਾਰਦਾ। ਸੁਣ ਕਿਹਾ ਸਤਿਗੁਰ ਮੀਆਂ, ਛੋੜੋ ਪ੍ਰੀਤ ਚਾਮ ਸੇ। ਜਦੋਂ ਦੇਖਿਆ ਕਿ ਸਾਈਂ ਮੀਆਂ ਮੀਰ ਜਿਹੜਾ ਨਾ ਵਿਆਕੁਲ ਹੋ ਗਿਆ, ਮੇਰੇ ਤਸ਼ਿਆਂ ਨੂੰ ਦੇਖ ਕਰਕੇ, ਮੇਰੇ ਕਸ਼ਟਾਂ ਨੂੰ ਵੇਖ ਕਰਕੇ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਪਤਾ ਕੀ ਕਿਹਾ?
ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਨੇ, ਕਹਿੰਦੇ सतगुरु गुरु अर्जन देव पातशाह महाराज कहन लगे, क्या हुआ तन तप रहा, हम शांत हैं हरि नाम से। की हो गया साई मियाँ मीर, तन जेड़ा ये तपदा पिया है, पर साडा मन जेड़ा है ना ये परमात्मा दे नाम दे नाल शांत है। साध संगत, मैं एक पुस्तक पढ़दे ना एक कविता पढ़ी, कवि ने बड़ी रमज भरी, मैं सुना करके अगे तुरांगा। ਉਹ ਲਿਖਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਮਨੁੱਖਤਾ ਦੇ ਰਹਿਬਰ, ਮਨੁੱਖਤਾ ਨੂੰ ਸੰਭਾਲਣ ਵਾਲੇ, ਜਿਨ੍ਹਾਂ ਦੇ ਅੰਦਰ ਕੋਈ ਵਿਤਕਰਾ ਨਹੀਂ, ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਊਚ ਦਾ, ਕਿਸੇ ਨੀਚ ਦਾ, ਕਿਸੇ ਗਰੀਬ ਦਾ, ਕਿਸੇ ਅਮੀਰ ਦਾ, ਕੋਈ ਵਿਤਕਰਾ ਨਹੀਂ, ਜਿਹੜਾ ਮਨੁੱਖਤਾ ਦੀ ਸੇਵਾ ਵਾਸਤੇ, ਮਨੁੱਖਤਾ ਨੂੰ ਅੱਗੇ ਲੈ ਜਾਣ ਵਾਸਤੇ, ਇਨਸਾਨ ਨੂੰ ਇਨਸਾਨੀਅਤ ਸਿਖਾਉਣ ਵਾਸਤੇ ਆਏ ਸਨ। ਕਹਿੰਦੇ ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕਰਕੇ ਸ਼ਹੀਦ ਕੀਤਾ ਗਿਆ। ਪਰ ਖਿਆਲ ਕਰਿਓ, ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਆਵਾਜ਼ ਨੂੰ ਜ਼ਾਲਮਾਂ ਨੇ ਦਬਾਇਆ ਨਾ ਚਾਹਿਆ ਕਿ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਆਵਾਜ਼ ਨੂੰ ਦਬਾ ਦੇਣਾ ਹੈ, ਪਰ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਆਵਾਜ਼ ਨੂੰ ਦਬਾ ਨਹੀਂ ਸਕੇ। ਉਹਨਾਂ ਦੀਆਂ ਬੜੀਆਂ ਸੋਹਣੀਆਂ ਲਾਈਨਾਂ, ਉਹ ਕਹਿੰਦੇ ਜੇਠ ਮਹੀਨਾ ਸਾੜੇ ਸੀਨਾ, ਕੁਦਰਤ ਨੂੰ ਵੀ ਆ ਗਿਆ ਪਸੀਨਾ, ਕਿਰਨਾ ਕਹਿਰ ਵਰਾਈ ਜਾਵਣ, ਧਰਤ ਦੀ ਹਿੱਕ ਜਲਾਈ ਜਾਵਣ, ਲੋ ਵਗਦੀ ਅੰਗਿਆਰਾਂ ਵਾਂਗੂ, ਚੁਭਦੀ ਤਿੱਖਿਆਂ ਤਾਰਾਂ ਵਾਂਗੂ। ਕਹਿੰਦੇ ਜਿਹੜੀ ਜੇਠ ਦਾ ਮਹੀਨਾ ਨਾ ਇਹ ਅਤ ਦਾ ਗਰਮ, ਇਸ ਵਿੱਚ ਜਦੋਂ ਸੂਰਜ ਨਿਕਲਦਾ ਤੇ ਉਹ ਕਿਰਨਾਂ ਜਦੋਂ ਸਰੀਰ ਦੇ ਉੱਤੇ ਪੈਂਦੀਆਂ ਨੇ ਸਰੀਰ ਨੂੰ ਸਾੜ ਕੇ ਰੱਖ ਦਿੰਦੀਆਂ ਹਨ, ਤੇ ਜਦੋਂ ਲੂ ਵਗਦੀ ਹੈ ਨਾ ਇਹ ਤਿੱਖੀਆਂ ਤਾਰਾਂ ਵਾਂਗੂ ਇਹ ਹਿਰਦੇ ਦੇ ਅੰਦਰ ਚੁਭਦੀ ਹੈ। ਲੂ ਵਗਦੀ ਅੰਗਿਆਰਾਂ ਵਾਂਗੂ, ਚੁਭਦੀ ਤਿੱਖੀਆਂ ਤਾਰਾਂ ਵਾਂਗੂ, ਇਸ ਗਰਮੀ ਦੇ ਕਹਿਰ ਦਿਹਾੜੇ ਮਚ ਪਏ ਵੈਰ ਦੇ ਕਈ ਚੰਗਿਆੜੇ। ਕਹਿੰਦੇ ਕਈ ਜ਼ਾਲਮ ਜਿਹੜੇ ਨੇ ਇਸ ਗਰਮੀ ਦੇ ਦਿਹਾੜੇ ਵਿੱਚ ਮਚ ਪਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਚੜ੍ਹਦੀ ਕਲਾ ਨੂੰ ਵੇਖ ਕਰਕੇ। ਫਿਰ ਅੱਗੇ ਉਹਨਾਂ ਲਿਖਿਆ, ਮਨੁੱਖਤਾ ਨੂੰ ਸਾੜਨ ਲੱਗੇ ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਹੁਣ ਤਪਾਉਣਾ ਚਾਹੁੰਦੇ ਨੇ। ਮਨੁੱਖਤਾ ਨੂੰ ਸਾੜਨ ਲੱਗੇ, ਦੇਸ਼ ਦਾ ਬਾਗ ਉਜਾੜਨ ਲੱਗੇ, ਆਖਣ ਸੱਚ ਨੂੰ ਸਾੜ ਦਿਆਂਗੇ, ਸੁੰਮਾ ਹੇਠ ਲਿਤਾੜ ਦਿਆਂਗੇ। ਕਹਿੰਦੇ ਅੱਜ ਸੱਚ ਨੂੰ ਸਾੜ ਕੇ ਰੱਖ ਦੇਣਾ ਹੈ। ਜਹਾਂਗੀਰ ਸੋਚਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਮੈਂ ਤਪਾ ਦੇਵਾਂਗਾ, ਇਸ ਕਰਕੇ ਗਰਮ ਗਰਮ ਤਵੀਆਂ ਤੇ ਧਰਿਆ, ਫਿਰ ਵੀ ਲੋਕੋ ਸੱਚ ਨਾ ਮਰਿਆ। ਕਮਾਲ ਦੀ ਗੱਲ ਕਰ ਦਿੱਤੀ। ਕਹਿੰਦੇ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਿਠਾ ਦਿੱਤਾ, ਪਰ ਇਹ ਦੁਨੀਆ ਦੇ ਲੋਕੋ ਉਹਨਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਤਪਾ ਦਿੱਤਾ, ਪਰ ਉਹਨਾਂ ਦੇ ਅੰਦਰ ਜਿਹੜਾ ਸੱਚ ਸੀ ਨਾ, ਸੰਤੋਖ ਸੀ, ਉਸ ਨੂੰ ਨਾ ਤਪਾ ਸਕੇ। ਗਰਮ ਗਰਮ ਤਵੀਆਂ ਤੇ ਧਰਿਆ, ਫਿਰ ਵੀ ਲੋਕੋ ਸੱਚ ਨਾ ਮਰਿਆ। ਗਰਮ ਰੇਤ ਦੇ ਨਾਲ ਨੁਹਾਇਆ, ਉਬਦਲੀਆਂ ਦੇਗਾਂ ਵਿੱਚ ਪਾਇਆ, ਤਨ ਕਰ ਦਿੱਤਾ ਛਾਲੇ ਛਾਲੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਤਨ ਜਿਹੜਾ ਹੈ ਉਹ ਛਾਲੇ ਛਾਲੇ ਕਰ ਦਿੱਤਾ। ਪਰ ਅਗਲੀ ਲਾਈਨ ਦੇ ਅੰਦਰ ਉਸਨੇ ਬੜੀ ਰਮਜ਼ ਭਰੀ, ਕਹਿੰਦਾ ਹੈ ਤਨ ਕਰ ਦਿੱਤਾ ਛਾਲੇ ਛਾਲੇ, ਪਰਨਾ ਸਬਰ ਨੂੰ ਆਏ ਉਬਾਲੇ। ਸਰੀਰ ਉਬਾਲ ਦਿੱਤਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਬਰ ਨੂੰ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸੰਤੋਖ ਨੂੰ ਉਬਾਲੇ ਨਾ ਆਏ। ਤੱਤੀ ਤਵੀ ਤੇ ਆਸਣ ਲਾ ਕੇ ਗੁਰੂ ਅਰਜਨ ਕਹਿੰਦੇ ਮੁਸਕਾ ਕੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਾਂ ਤੱਤੀ ਤਵੀ ਤੇ ਬੈਠ ਕਰਕੇ ਵੀ ਗਾ ਰਹੇ ਨੇ, ਸਾਨੂੰ ਸਿੱਖਿਆ ਦਿੰਦੇ ਪਏ ਨੇ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਧ ਸੰਗਤ, ਮਨੁੱਖ ਦੇ ਕੋਲ ਦੋ ਤਾਕਤਾਂ ਨੇ, ਦੁਨੀਆ ਦੇ ਅੰਦਰ ਦੋ ਸ਼ਕਤੀਆਂ ਨੇ।
ਇੱਕ ਸੱਤਾ ਤੇ ਦੂਸਰੀ ਸੱਤ। ਸੱਤਾ ਤਾਕਤ, ਦੂਸਰੀ ਅੰਦਰ ਦੀ ਤਾਕਤ। ਸੱਤਾ ਜਿਹੜੀ ਹੈ ਇਹ ਬਾਹਰ ਦੀ ਤਾਕਤ ਹੈ ਤੇ ਸੱਤ ਅੰਦਰ ਦੀ ਤਾਕਤ ਹੈ। ਸੱਤਾ ਜਿਹੜੀ ਹੈ ਉਹ ਦੂਜੇ ਨੂੰ ਹਰਾ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ ਤੇ ਸੱਤ ਆਪਣੇ ਆਪ ਨੂੰ ਜਿੱਤ ਕਰਕੇ ਪ੍ਰਾਪਤ ਹੁੰਦਾ ਹੈ। ਸਾਧ ਸੰਗਤ, ਸੱਤਾਧਾਰੀ ਮਨੁੱਖ ਸੋਚਦਾ ਹੈ ਕਿ ਮੈਂ ਦੂਜੇ ਨੂੰ ਹਰਾ ਦੇਵਾਂ, ਹਰੇਕ ਮਨੁੱਖ ਨੂੰ ਹਰਾ ਦੇਵਾਂ, ਹਰੇਕ ਇਲਾਕੇ ਨੂੰ ਹਰਾ ਦੇਵਾਂ, ਹਰੇਕ ਦੇਸ਼ ਨੂੰ ਹਰਾ ਕਰਕੇ ਮੈਂ ਸੱਤਾਧਾਰੀ ਬਣ ਜਾਵਾਂ, ਮੇਰੀ ਸਰਕਾਰ ਆਈ, ਮੇਰੀ ਸੱਤਾ ਆਈ। ਪਰ ਜਿਹੜਾ ਸੱਤਵਾਦੀ ਹੁੰਦਾ ਹੈ ਨਾ, ਉਹ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦਾ। ਉਹ ਕਿਸੇ ਬੰਦੇ ਨੂੰ, ਕਿਸੇ ਇਲਾਕੇ ਨੂੰ, ਕਿਸੇ ਮੁਲਕ ਨੂੰ ਨਹੀਂ ਹਰਾਉਣਾ ਚਾਹੁੰਦਾ, ਉਹ ਹਰਾਉਣਾ ਚਾਹੁੰਦਾ ਹੈ ਆਪਣੇ ਮਨ ਨੂੰ। ਹੁਣ ਸੱਤਾਧਾਰੀ ਜਿਹੜਾ ਹੈ ਨਾ, ਉਹ ਸਾਰੇ ਸੰਸਾਰ ਨੂੰ ਹਰਾ ਕਰਕੇ ਵੀ ਆਪਣੇ ਮਨ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਪਰ ਸੱਤਵਾਦੀ ਕਿਸੇ ਨੂੰ ਨਹੀਂ ਹਰਾਉਂਦਾ, ਉਹ ਕੇਵਲ ਆਪਣੇ ਮਨ ਨੂੰ ਹਰਾਉਂਦਾ ਹੈ। ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਉਹ ਸਾਰਿਆਂ ਨੂੰ ਜਿੱਤ ਲੈਂਦਾ ਹੈ। ਬਚਨ ਅਸੀਂ ਰੋਜ਼ਾਨਾ ਪੜ੍ਹਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਮਨ ਜੀਤੈ ਜਗ ਜੀਤ। ਸੱਤਵਾਦੀ ਜਿਹੜਾ ਬੰਦਾ ਹੈ ਨਾ, ਉਹ ਕਿਸੇ ਨੂੰ ਹਰਾਉਂਦਾ ਨਹੀਂ, ਉਹ ਆਪਣੇ ਮਨ ਨੂੰ ਹਰਾਉਂਦਾ ਹੈ, ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰਦਾ ਹੈ। ਇਸ ਕਰਕੇ ਉਹ ਸਾਰਿਆਂ ਦੇ ਦਿਲਾਂ ਵਿੱਚ ਰਾਜ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਸੱਤਵਾਦੀ ਜਿਹੜਾ ਹੈ ਨਾ, ਉਹ ਦੂਜੇ ਨੂੰ ਹਰਾਉਣਾ ਚਾਹੁੰਦਾ ਹੈ। ਉਹ ਸੋਚਦਾ ਮੇਰੀ ਸੱਤਾ ਜਿਹੜੀ ਹੈ ਨਾ ਇਹ ਪੱਕੀ ਹੋ ਜਾਏ। ਜਹਾਂਗੀਰ ਹਰਾਉਣਾ ਚਾਹੁੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ, ਕਿਉਂਕਿ ਜਹਾਂਗੀਰ ਦੇ ਸੱਤਾ ਦੇ ਅੰਦਰ ਜਿਹੜੀ ਅੜਚਣ ਬਣੇ ਹੋਏ ਨੇ, ਉਸ ਦੇ ਹਿਸਾਬ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਹਨ। ਹੁਣ ਉਹ ਹਰਾਉਣਾ ਚਾਹੁੰਦਾ ਹੈ, ਕਿਉਂਕਿ ਜਹਾਂਗੀਰ ਦਾ ਜਿਹੜਾ ਅਰਥ ਹੈ ਜਹਾਂਗੀਰ, ਜਿਹੜਾ ਪਕੜ ਰੱਖਣੀ ਚਾਹੁੰਦਾ ਹੋਵੇ ਜਹਾਂ ਦੇ ਅੰਦਰ। ਜਹਾਂ ਪਲਸ ਗੀਰ, ਗੀਰ ਦਾ ਅਰਥ ਹੁੰਦਾ ਪਕੜ, ਜਹਾਂ ਜਹਾਨ ਜਗਤ। ਜਹਾਂਗੀਰ ਸੋਚਦਾ ਹੈ ਮੇਰੀ ਪਕੜ ਹਿੰਦੁਸਤਾਨ ਦੇ ਉੱਤੇ ਹੋਵੇ, ਤੇ ਉਸ ਦੇ ਅੰਦਰ ਅੜਚਣ ਬਣੇ ਪਏ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਇਸ ਕਰਕੇ ਉਹ ਹਰਾਉਣਾ ਚਾਹੁੰਦਾ ਹੈ। ਸਾਧ ਸੰਗਤ, ਸੱਤਾਧਾਰੀ ਬੰਦਾ ਜਿਹੜਾ ਨਾ, ਇਹ ਚਾਰ ਗੁਣਾ ਕਰਕੇ ਦੂਜੇ ਨੂੰ ਹਰਾਉਂਦਾ ਹੈ। ਆਪ ਸਾਰੇ ਸੂਝਵਾਨ ਬੈਠੇ ਹੋ, ਉਹ ਚਾਰ ਗੁਣ ਕਿਹੜੇ ਨੇ? ਸ਼ਾਮ, ਦਾਮ, ਦੰਡ, ਭੇਦ। ਸ਼ਾਮ ਦਾ ਅਰਥ ਹੈ ਕਿਸੇ ਦੀ ਸ਼ਰਨ ਵਿੱਚ ਜਾ ਕਰਕੇ, ਹੱਥ ਜੋੜ ਕਰਕੇ, ਉਹਦੇ ਪੈਰ ਪਕੜ ਕੇ ਕਿ ਅਸੀਂ ਦੂਜੇ ਨੂੰ ਆਪਣੇ ਵਸ ਵਿੱਚ ਕਰ ਲਈਏ। ਸ਼ਾਮ, ਦਾਮ, ਦਾਮ ਦੇ ਕਰਕੇ, ਲਾਲਚ ਦੇ ਕਰਕੇ, ਰੁਪਇਆ ਪੈਸਾ ਦੇ ਕਰਕੇ ਦੂਜੇ ਨੂੰ ਖਰੀਦ ਲੈਣਾ, ਆਪਣੇ ਵੱਲ ਕਰ ਲੈਣਾ। ਸ਼ਾਮ, ਦਾਮ। ਤੀਸਰਾ ਹੈ ਦੰਡ, ਕਿਸੇ ਨੂੰ ਡਰਾ ਕਰਕੇ, ਕਿਸੇ ਨੂੰ ਡਰ ਦੇ ਕਰਕੇ ਉਸ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣੀ। ਤੇ ਚੌਥਾ ਹੈ ਭੇਦ, ਭੇਦ ਦਾ ਕਿਸੇ ਦਾ ਭੇਦ ਲੈ ਕਰਕੇ ਉਸ ਨੂੰ ਆਪਣੇ ਵਸ ਵਿੱਚ ਕਰ ਲੈਣਾ। ਸੱਤਾਧਾਰੀ ਦੇ ਕੋਲ ਚਾਰ ਗੁਣ ਨੇ, ਪਰ ਜਿਹੜਾ ਸੱਤਵਾਦੀ ਹੈ ਨਾ, ਉਹ ਦੋ ਗੁਣਾ ਕਰਕੇ ਹੀ ਦੁਨੀਆ ਨੂੰ ਜਿੱਤ ਲੈਂਦਾ ਹੈ। ਉਹ ਦੋ ਗੁਣ ਕਿਹੜੇ ਕਿਹੜੇ ਨੇ? ਉਹ ਦੋ ਗੁਣ ਨੇ ਸਤ ਤੇ ਸੰਤੋਖ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਭਾਵੇਂ ਤਤੀ ਤਵੀ ਤੇ ਤਪਾ ਦਿੱਤਾ ਗਿਆ, ਪਰ ਉਹਨਾਂ ਦੇ ਸਤ ਅਤੇ ਸੰਤੋਖ ਨੂੰ ਕੋਈ ਨਹੀਂ ਜੇ ਤਪਾ ਸਕਿਆ, ਕਿਉਂਕਿ ਉਹਨਾਂ ਦੇ ਅੰਦਰ ਸਤ ਤੇ ਸੰਤੋਖ ਨੱਕੋ ਨੱਕ ਭਰਿਆ ਪਿਆ ਹੈ। ਭੱਟ ਸਾਹਿਬਾਨਾਂ ਨੂੰ ਪੁੱਛੀਏ ਤੇ ਭੱਟ ਸਾਹਿਬ ਕਹਿੰਦੇ ਨੇ ਸਤ ਰੂਪ ਸਤਨਾਮ, ਸਤ ਸੰਤੋਖ ਧਰਿਓ ਉਰ। ਉਰ ਦਾ ਅਰਥ ਹੈ ਹਿਰਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਹਿਰਦੇ ਦੇ ਅੰਦਰ ਸਤ ਤੇ ਸੰਤੋਖ ਨੂੰ ਟਿਕਾਇਆ ਹੋਇਆ ਹੈ। ਸਤ ਰੂਪ ਸਤਨਾਮ, ਸਤ ਸੰਤੋਖ ਧਰਿਓ ਉਰ। ਆਦ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੁਰ। ਪ੍ਰਗਟ ਜੋਗ ਜੋਤ ਜਗ ਮਗੈ, ਤੇਜ ਭੂਮੰਡਲ ਛਾਇਓ। ਪਾਰਸ ਪਰਸ 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 ਗੁਰ ਗੁਰੂ ਕਹਾਇਓ। ਭਨ ਮਥੁਰਾ ਮੂਰਤ ਸਦਾ ਥਿਰ ਲਾਏ, ਚਿਤ ਸਨਮੁਖ ਰਹੋ। ਕਲ ਜੁਗ ਜਹਾਜ਼ ਅਰਜਨ ਗੁਰੂ, ਸਗਲ ਸਿਸ਼ਟ ਲਗ ਬੇਤਰੋ। ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਹਾਜ਼ ਨੇ ਕਲਯੁਗ ਦੇ। ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨਾਲ ਜੁੜੇਗਾ, ਉਹਨਾਂ ਦੇ ਉਪਦੇਸ਼ਾਂ ਨੂੰ ਸੁਣੇਗਾ ਤੇ ਮੰਨੇਗਾ,
ਕਹਿੰਦੇ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਏਗਾ। ਸਾਧ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਪਈ ਕਰਦੇ ਨੇ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਹੁਣ ਆਨੰਦ ਬਣ ਗਿਆ। ਜਦੋਂ ਸਤਿਗੁਰੂ ਨੇ ਹਿਰਦੇ ਨੂੰ ਠੰਡਾ ਠਾਰ ਕੀਤਾ, ਫਿਰ ਆਨੰਦ ਬਣ ਗਿਆ। ਸ਼ਾਂਤੀ ਸ਼ਾਂਤੀ ਆ ਗਈ ਹੈ, ਅੰਦਰ ਟਿਕਾਵ ਆ ਗਿਆ। ਸਤਿਗੁਰੂ ਦਾ ਬਚਨ ਹੈ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਧੂਰੇ। ਸ਼ਾਂਤੀ ਆ ਗਈ ਜਦੋਂ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਜਿਹੜੀ ਹੈ ਅੰਦਰ ਟਿਕਾ ਦਿੱਤੀ। ਖਿਆਲ ਕਰਿਓ, ਸ਼ਾਂਤੀ ਜਿਹੜੀ ਹੈ ਸ਼ਾਂਤੀ ਕਹਿਣ ਦੇ ਨਾਲ ਨਹੀਂ ਆ ਸਕਦੀ। ਸ਼ਾਂਤੀ ਸ਼ਾਂਤੀ ਦਾ ਜਾਪ ਕਰਨ ਦੇ ਨਾਲ ਨਹੀਂ ਆ ਸਕਦੀ। ਅਸੀਂ ਬਹੁਤੇ ਲੋਕਾਂ ਨੂੰ ਦੇਖਦੇ ਹਾਂ, ਮੂੰਹ ਦੇ ਨਾਲ ਸ਼ਾਂਤੀ 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 ਜਪਦੇ ਰਹਿੰਦੇ ਹਨ, ਪਰ ਸ਼ਾਂਤੀ ਸ਼ਾਂਤੀ ਕਹਿਣ ਦੇ ਨਾਲ ਕਦੇ ਸ਼ਾਂਤੀ ਨਹੀਂ ਜੇ ਆ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਕਵਿਤ ਹੈ ਇਸ ਬਾਬਤ। ਉਹ ਕਹਿੰਦੇ ਕੋਈ ਬੰਦਾ ਖੰਡ ਖੰਡ ਆਖਦਾ ਰਹੇ ਤਾਂ ਮੂੰਹ ਜਿਹੜਾ ਹੈ ਨਾ ਉਹ ਮਿੱਠਾ ਨਹੀਂ ਜੇ ਹੋ ਸਕਦਾ। ਮੂੰਹ ਮਿੱਠਾ ਕਰਨ ਵਾਸਤੇ ਖੰਡ ਖਾਣੀ ਪਏਗੀ, ਮਿੱਠਾ ਖਾਣਾ ਪਏਗਾ ਤਾਂ ਮੂੰਹ ਮਿੱਠਾ ਹੋ ਸਕਦਾ ਹੈ। ਫਿਰ ਉਹਨਾਂ ਕਿਹਾ ਕਿ ਜੇ ਕੋਈ ਨਿੱਘ ਪ੍ਰਾਪਤ ਕਰਨਾ ਚਾਹੁੰਦਾ ਹੈ ਅੱਗ ਦਾ, ਜੇ ਕੋਈ ਠੰਡ ਤੋਂ ਨਿਜਾਤ ਪਾਣਾ ਚਾਹੁੰਦਾ ਹੈ ਤੇ ਉਸ ਨੂੰ ਅੱਗ ਦੇ ਕੋਲ ਬੈਠਣਾ ਪਏਗਾ। ਮੂੰਹ ਦੇ ਨਾਲ ਅੱਗ ਅੱਗ ਜਪਦੇ ਰਹੀਏ ਤੇ ਕਦੇ ਵੀ ਨਿੱਘ ਪ੍ਰਾਪਤ ਨਹੀਂ ਜੇ ਹੋ ਸਕਦਾ। ਕਹਿੰਦੇ ਕਿਸੇ ਬੰਦੇ ਨੂੰ ਰੋਗ ਲੱਗ ਜਾਏ, ਰੋਗੀ ਹੋਵੇ ਤੇ ਡਾਕਟਰ ਕੋਲ ਜਾਣ ਦੀ ਬਜਾਏ ਉਹ ਵੈਦ ਵੈਦ ਆਖਦਾ ਰਹੇ, ਡਾਕਟਰ ਡਾਕਟਰ ਆਖਦਾ ਰਹੇ ਤਾਂ ਕਦੇ ਵੀ ਰੋਗ ਮੁਕਤ ਨਹੀਂ ਜੇ ਹੋ ਸਕਦਾ। ਇਸੇ ਪ੍ਰਕਾਰ ਜੇ ਕੋਈ ਬੰਦਾ ਮਿਹਨਤ ਕਰਨ ਦੀ ਥਾਂ, ਉਦਮ ਕਰਨ ਦੀ ਥਾਂ ਪੈਸਾ ਪੈਸਾ ਕਰਦਾ ਰਹੇ ਤੇ ਪੈਸੇ ਦੀ ਕਦੇ ਪ੍ਰਾਪਤੀ ਨਹੀਂ ਜੇ ਹੋ ਸਕਦੀ। ਜੇ ਸੁਬਾਸ ਖੁਸ਼ਬੂ ਲੈਣੀ ਹੈ ਤੇ ਚੰਦਨ ਦੇ ਕੋਲ ਜਾਣਾ ਪਏਗਾ। ਚੰਦਨ ਚੰਦਨ ਕਹਿ ਕਰਕੇ, ਚੰਦਨ ਚੰਦਨ ਦਾ ਜਾਪ ਕਰਕੇ ਕਦੇ ਖੁਸ਼ਬੂ ਨਹੀਂ ਜੇ ਆ ਸਕਦੀ। ਬਿਲਕੁਲ ਇਸੇ ਪ੍ਰਕਾਰ ਜੇ ਸ਼ਾਂਤੀ ਚਾਹੀਦੀ ਹੈ ਨਾ ਤਾਂ ਫਿਰ ਗੁਰੂ ਦੇ ਕੋਲ ਜਾਣਾ ਪਏਗਾ, ਗੁਰਮੁਖਾਂ ਦੀ ਸੰਗਤ ਕਰਨੀ ਪਏਗੀ ਜਿੱਥੇ ਸ਼ਾਂਤੀ ਹੈ, ਜਿੱਥੇ ਮਨ ਦਾ ਟਿਕਾਵ ਹੈ। ਨਹੀਂ ਤਾਂ ਸ਼ਾਂਤੀ ਸ਼ਾਂਤੀ ਕਰਨ ਦੇ ਨਾਲ ਕਦੇ ਸ਼ਾਂਤੀ ਨਹੀਂ ਜੇ ਆ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਖਾਂਡ ਖਾਂਡ ਕਹਿ ਜਿਹਵਾ ਨਾ ਸੁਆਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ਼ ਹੈ, ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼ ਹੈ, ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਮੂੰਹ ਦੇ ਨਾਲ ਸ਼ਾਂਤੀ ਸ਼ਾਂਤੀ ਕਰਨ ਦੇ ਨਾਲ, ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਅੰਦਰ ਨੂੰ ਕਦੇ ਟਿਕਾਉ ਨਹੀਂ ਜੇ ਆ ਸਕਦਾ। ਗੁਰੂ ਪਿਆਰਿਓ, ਜੇ ਟਿਕਾਉ ਮਿਲਣਾ ਹੈ ਤਾਂ ਉਹ ਗੁਰੂ ਦੇ ਕੋਲ ਆ ਕਰਕੇ ਮਿਲਣਾ ਹੈ। ਪਾਤਸ਼ਾਹ ਕਹਿੰਦੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਧੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਆਨੰਦ ਭਇਆ ਦੁੱਖ ਨਾਠੇ ਭਾਈ। ਗੁਰੂ ਜਿਹੜਾ ਕਿਰਪਾ ਕਰਦਾ ਹੈ ਤੇ ਆਨੰਦ ਦੀ ਦਾਤ ਦੇ ਦਿੰਦਾ ਹੈ, ਜਿਸ ਕਰਕੇ ਦੁੱਖ ਜਿਹੜੇ ਨੇ ਉਹ ਨਸ ਜਾਂਦੇ ਨੇ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ। ਸਾਧੂ ਮੀਨਸ ਗੁਰੂ। ਜਦੋਂ ਪੂਰੇ ਗੁਰੂ ਨੇ ਉਪਦੇਸ਼ ਦਿੱਤਾ ਤੇ ਸਿੱਖ ਨੇ ਮੰਨ ਲਿਆ, ਗੁਰੂ ਦੇ ਉਪਦੇਸ਼ਾਂ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ। ਜਨਮ ਮਰਨ ਕੇ ਮਿਟੇ ਅੰਦੇਸੇ। ਪਾਤਸ਼ਾਹ ਜੀ ਕਹਿੰਦੇ, ਜਨਮ ਤੇ ਮਰਨ ਦੇ ਗੇੜ ਵਿੱਚ ਪੈਣ ਵਾਲਾ ਜਿਹੜਾ ਡਰ ਹੈ ਨਾ, ਉਹ ਫਿਰ ਬਿਨਸ ਜਾਂਦਾ ਹੈ। ਕਿਉਂਕਿ ਗੁਰੂ ਦਾ ਸਿੱਖ ਤਾਂ ਨਿਤਾ ਪੜਦਾ ਸੁਣਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਇੱਕ ਡਰ ਨਹੀਂ, ਇੱਕ ਅਪਰਾਧ ਨਹੀਂ, ਇੱਕ ਅਪਰਾਧੀ ਦੀ ਗੱਲ ਨਹੀਂ,
ਜਿਸ ਨੇ ਗੁਰੂ ਨਾਨਕ ਦਾ ਉਪਦੇਸ਼ ਸੁਣ ਕੇ ਮੰਨ ਲਿਆ, ਸਤਿਗੁਰੂ ਕਹਿੰਦੇ ਨੇ ਉਹ ਫਿਰ ਇਸ ਸੰਸਾਰ ਸਾਗਰ ਤੋਂ ਪਾਰ ਲੰਘਦੇ ਹਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਮੇਰੇ ਇੱਕ ਮੂਰਖ ਦੀ ਗੱਲ ਨਹੀਂ, ਕਿੰਨੀ ਨਿਮਰਤਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਸਾਨੂੰ ਕੋਈ ਮੂਰਖ ਆਖ ਦੇਵੇ ਨਾ ਤੇ ਬੜਾ ਗੁੱਸਾ ਆ ਜਾਂਦਾ ਹੈ, ਮੈਨੂੰ ਮੂਰਖ ਕਹਿੰਦਾ ਪਿਆ। ਪਰ ਸਤਿਗੁਰੂ ਨੇ ਬਾਣੀ ਵਿੱਚ ਆਪਣੇ ਆਪ ਨੂੰ ਪਤਾ ਨਹੀਂ ਕੀ ਆਖਿਆ, ਨਿਮਰਤਾ ਵਿੱਚ ਆ ਕਰਕੇ, ਤਾਂ ਕਰਕੇ ਮੇਰੇ ਸਿੱਖਾਂ ਨੂੰ ਪਤਾ ਲੱਗ ਜਾਏ ਕਿ ਨਿਮਰਤਾ ਜਿਹੜੀ ਹੈ ਨਾ, ਇਹੀ ਅੱਗੇ ਲੈ ਕਰਕੇ ਜਾ ਸਕਦੀ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ। ਪਾਤਸ਼ਾਹ ਕਹਿੰਦੇ ਜਿੰਨੇ ਵੀ ਡਰ ਸੀ ਨਾ ਅੰਦਰ, ਉਹ ਸਾਰੇ ਮਰ ਮੁੱਕ ਗਏ, ਸਾਰੇ ਖਤਮ ਹੋ ਗਏ। ਸਾਧ ਸੰਗਤ ਅਸਲ ਗੱਲ ਕੀ ਕਿ ਜਿਹੜਾ ਬੰਦਾ ਨਿਰਭਉ ਦਾ ਉਪਾਸਕ ਬਣ ਜਾਂਦਾ ਹੈ, ਪਰਮਾਤਮਾ ਦਾ ਗੁਣ ਹੈ ਨਾ ਨਿਰਭਉ, ਜਿੱਥੇ ਨਿਰਵੈਰ ਹੈ ਉੱਥੇ ਨਿਰਭਉ ਵੀ ਹੈ। ਤੇ ਜਿਹੜਾ ਨਿਰਭਉ ਦਾ ਉਪਾਸਕ ਬਣ ਗਿਆ, ਜਿਹੜਾ ਨਿਰਭਉ ਦੇ ਨਾਲ ਜੁੜ ਗਿਆ, ਉਹ ਵੀ ਨਿਰਭਉ ਹੋ ਜਾਂਦਾ ਹੈ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਹੜਾ ਨਿਰਭਉ ਦਾ ਉਪਾਸਕ ਬਣਿਆ, ਉਹ ਨਿਰਭਉ ਬਣ ਜਾਂਦਾ ਹੈ, ਉਸ ਦਾ ਡਰ ਜਿਹੜਾ ਨਾ ਉਹ ਦੂਰ ਹੋ ਜਾਂਦਾ ਹੈ। ਸਤਿਗੁਰੂ ਦਾ ਬਚਨ ਆਪ ਸਾਰਿਆਂ ਨੂੰ ਚੇਤੇ ਹੋਵੇਗਾ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੇ, ਬੋਲ ਨਾ ਜਾਣੈ ਮਾਇਆ ਮਦ ਮਾਤਾ। ਮਾਇਆ ਵਿੱਚ ਮਸਤਿਆ ਹੋਇਆ ਉਹ ਕਬੋਲ ਬੋਲਣਾ ਨਹੀਂ ਜਾਣਦਾ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੇ। ਉਸ ਦੇ ਚਿੱਤ ਵਿੱਚ ਮਰਨ ਦਾ ਡਰ ਨਹੀਂ ਰਹਿੰਦਾ, ਮੌਤ ਦਾ ਡਰ ਨਹੀਂ ਰਹਿੰਦਾ, ਕਿਉਂਕਿ ਉਹ ਉਪਾਸਕ ਬਣ ਗਿਆ ਨਿਰਭਉ ਦਾ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਕੋਈ ਡਰ ਨਿਰਭਉ ਦੇ ਉਪਾਸਕ ਦੇ ਮਨ ਵਿੱਚ ਨਹੀਂ ਰਹਿ ਜਾਂਦਾ। ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ। ਕਹਿੰਦੇ ਸਾਰੇ ਰੋਗ ਅੰਦਰ ਦੇ ਜਿਹੜੇ ਨੇ ਉਹ ਨਸ ਗਏ ਨੇ, ਖਤਮ ਹੋ ਗਏ ਨੇ। ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ। ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਜਿਸ ਗੁਰੂ ਦਾ ਬਣਿਆ ਸੀ ਨਾ, ਉਸ ਗੁਰੂ ਨੇ ਕਿਰਪਾ ਕਰਕੇ ਇਸ ਨੂੰ ਸਵਾਰ ਲਿਆ, ਆਪਣਾ ਬਣਾ ਲਿਆ, ਆਪਣੇ ਚਰਨਾਂ ਦੇ ਨਾਲ ਜੋੜ ਦਿੱਤਾ। ਹੁਣ ਆਪਣੇ ਚਰਨਾਂ ਤੋਂ ਵਿਛੜਨ ਨਹੀਂ ਦਿੰਦਾ। ਜਿਸ ਗੁਰੂ ਦਾ ਇਹ ਬਣਿਆ, ਉਸ ਗੁਰੂ ਨੇ ਇਸ ਦੇ ਉੱਤੇ ਕਿਰਪਾ ਕਰਕੇ ਪਰਮਾਤਮਾ ਦੇ ਨਾਲ ਜੋੜ ਦਿਆ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਏ ਚੁਕੇ ਭ੍ਰਮ ਗਵਨ। ਗੁਰੂ ਦੀ ਸੰਗਤ ਵਿੱਚ ਆ ਕਰਕੇ ਥਿਤ ਪਾ ਲਈ। ਥਿਤ ਦਾ ਅਰਥ ਹੈ ਟਿਕਾਊ। ਥਿਤ ਪਾਈ ਚੁਕੇ ਭ੍ਰਮ ਗਵਨ। ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਨਾਮ ਜਪਿਆ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਡਰ ਭ੍ਰਮ ਭਟਕਣਾ ਸਾਰਾ ਕੁਝ ਮੁੱਕ ਗਿਆ। ਸੁਖਮਨੀ ਸਾਹਿਬ ਦਾ 14ਵਾਂ ਸ਼ਲੋਕ ਹੈ, ਉਸ ਵਿੱਚ ਪਾਤਸ਼ਾਹ ਕਹਿੰਦੇ ਜੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਨਾ ਤਾਂ ਫਿਰ ਅੰਦਰ ਦਾ ਡਰ, ਅੰਦਰ ਦਾ ਭਰਮ, ਅੰਦਰ ਦਾ ਭਉ ਸਾਰਾ ਕੁਝ ਖਤਮ ਹੋ ਜਾਂਦਾ ਹੈ। ਇਸ ਕਰਕੇ ਹਿਦਾਇਤ ਕੀਤੀ ਹੈ, ਵਿਚਾਰ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤਜੋਹ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਤਿੰਨੇ ਚੀਜ਼ਾਂ ਦਾ ਨਾਸ ਹੋ ਜਾਂਦਾ ਹੈ, ਦੁੱਖ ਦਾ ਵੀ, ਭਰਮ ਦਾ ਵੀ ਤੇ ਡਰ ਦਾ ਵੀ। ਇਸ ਕਰਕੇ ਪਾਤਸ਼ਾਹ ਕਹਿੰਦੇ ਥਿਤ ਪਾਈ ਚੁਕੇ ਭ੍ਰਮ ਗਵਨ।
ਜਦੋਂ ਗੁਰੂ ਦੀ ਸੰਗਤ ਵਿੱਚ ਆ ਕਰਕੇ ਨਾਮ ਜਪਿਆ, ਫਿਰ ਭਟਕਣਾ ਮੁੱਕ ਗਈ, ਡਰ ਮੁੱਕ ਗਿਆ। ਔਰ ਬੇਨਤੀ ਕਰਦੇ ਹਾਂ, ਇਹ ਜਿਹੜੀ ਦਾਤ ਪ੍ਰਾਪਤ ਹੋ ਸਕਦੀ ਹੈ ਨਾ, ਇਹ ਗੁਰੂ ਦੀ ਸੰਗਤ ਵਿੱਚ ਆ ਕਰਕੇ ਹੀ ਹੋ ਸਕਦੀ ਹੈ। ਗੁਰੂ ਦਾ ਦਰ ਇੱਕ ਐਸਾ ਦਰ ਹੈ ਜਿੱਥੇ ਆ ਕਰਕੇ ਚਿੰਤਾਵਾਂ ਮਿਟ ਜਾਂਦੀਆਂ ਹਨ, ਜਿੱਥੇ ਆ ਕਰਕੇ ਬੰਦਾ ਨਾਮ ਦੇ ਨਾਲ ਜੁੜਦਾ ਹੈ। ਔਰ ਜਦੋਂ ਨਾਮ ਦੇ ਨਾਲ ਜੁੜਦਾ ਹੈ ਨਾ, ਫਿਰ ਚੜ੍ਹਦੀ ਕਲਾ ਹੋ ਜਾਂਦੀ ਹੈ। ਬਚਨ ਹੈ ਸਤਿਗੁਰੂ ਜੀ ਦਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। हे ਸੱਚੇ ਪਾਤਸ਼ਾਹ, ਮੈਂ ਤੇਰਾ ਦਰ ਐਸਾ ਦਰ ਦੇਖਿਆ ਹੈ ਕਿ ਇੱਥੇ ਆ ਕਰਕੇ ਚਿੰਤਾ ਤੋਂ ਮੁਕਤ ਹੋ ਜਾਈਦਾ ਹੈ। ਇਸ ਦਰ ਤੇ ਆ ਕਰਕੇ ਸੁਖ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਰ ਤੇ ਆ ਕਰਕੇ ਬੰਦੇ ਦੀ ਸ਼ੋਭਾ ਜਿਹੜੀ ਹੈ ਉਹ ਵੀ ਵੱਧ ਜਾਂਦੀ ਹੈ। ਹੋਰ ਕੋਈ ਦਰ ਐਸਾ ਨਹੀਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੁਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਅਲੇਖੈ ਛੁਟੈ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਭਰਿਓ, ਰਾਖ ਲਿਹੋ ਇਹ ਬਾਰੀ। ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਜਦੋਂ ਕੰਨਾਂ ਦੇ ਰਾਹੀਂ ਇਹ ਜਸ ਸੁਣਦਾ ਹੈ ਗੁਰੂ ਦਾ, ਕੰਨਾਂ ਦੇ ਰਾਹੀਂ ਪਰਮਾਤਮਾ ਦਾ ਜਸ ਸੁਣਦਾ ਹੈ, ਫਿਰ ਆਤਮਿਕ ਜੀਵਨ ਉੱਚਾ ਹੋ ਜਾਂਦਾ ਹੈ। ਸਾਧ ਸੰਗਤ, ਸਾਡੀ ਬਦਕਿਸਮਤੀ ਕਿ ਅਸੀਂ ਗੁਰੂ ਦਾ ਜਸ ਨਹੀਂ ਸੁਣ ਪਾਉਂਦੇ ਹਾਂ। ਵਡਭਾਗੇ ਹੋ ਜਿਹੜੇ ਸੁਣਦੇ ਪਏ ਨੇ, ਆਤਮਿਕ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਂਦੇ ਪਏ ਹੋ। ਪਰ ਆਮ ਕਰਕੇ ਲੋਕਾਂ ਦਾ ਹਾਲ ਕੀ, ਨਿੰਦਿਆ ਸੁਣਨ ਵਿੱਚ ਨਾ ਬੜੇ ਮਸਤ ਹੋ ਜਾਂਦੇ ਨੇ। ਸਮੇਂ ਦਾ ਪਤਾ ਨਹੀਂ ਲੱਗਦਾ। ਜਦੋਂ ਕਿਸੇ ਦੀ ਨਿੰਦਾ ਕਰੀਏ ਤੇ ਸੁਣੀਏ, ਕੋਈ ਸਮੇਂ ਦਾ ਪਤਾ ਨਹੀਂ ਲੱਗਦਾ। ਪਰ ਜਦੋਂ ਗੁਰੂ ਦਾ ਜਸ ਸੁਣਨਾ ਹੋਵੇ ਨਾ, ਤਾਂ ਥੋੜੀ ਦੇਰ ਬੈਠਣਾ ਜਿਹੜਾ ਇਹ ਵੀ ਮੁਸ਼ਕਲ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ, ਸੁਨ ਨਾਨਕ ਹਰ ਹਰ ਜਸ ਸਰਵਨ। हे ਨਾਨਕ, ਤੂੰ ਗੁਰੂ ਦਾ ਜਸ ਕੰਨਾਂ ਦੇ ਰਾਹੀਂ ਸੁਣ। ਪਰਮਾਤਮਾ ਦੀ ਬਾਣੀ, ਪਰਮਾਤਮਾ ਦੀ ਸਿਫਤ ਸਲਾਹ ਇਹਨਾਂ ਕੰਨਾਂ ਦੇ ਰਾਹੀਂ ਸੁਣ, ਕਿਉਂਕਿ ਸੁਣ ਕੇ ਅਵਸਥਾ ਬੜੀ ਉੱਚੀ ਤੇ ਸੁੱਚੀ ਬਣ ਜਾਂਦੀ ਹੈ। ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਜਿੱਥੇ 4 ਪੌੜੀਆਂ ਮੰਨਣ ਦੀਆਂ ਉਚਾਰਨ ਕੀਤੀਆਂ ਨੇ ਨਾ, ਉਹਨਾਂ ਤੋਂ ਪਹਿਲਾਂ 4 ਪੌੜੀਆਂ ਸੁਣਨ ਦੀਆਂ ਵੀ ਉਚਾਰਨ ਕੀਤੀਆਂ ਨੇ, 8ਵੀਂ 9ਵੀਂ 10ਵੀਂ ਤੇ 11ਵੀਂ। ਤੇ ਇਸ ਵਿੱਚ ਦੱਸਿਆ ਸੁਣਨ ਵਾਲੇ ਦੀ ਅਵਸਥਾ ਕਿੰਨੀ ਉੱਚੀ ਬਣ ਜਾਂਦੀ ਹੈ। ਸੁਣਿਐ ਸਿੱਧ ਪੀਰ ਸੁਰਨਾਥ, ਐਡੀ ਵੱਡੀ ਅਵਸਥਾ ਸੁਣਨ ਵਾਲੇ ਦੀ ਬਣਦੀ ਹੈ। ਸੁਣਿਐ ਈਸ਼ਰ ਬ੍ਰਹਮਾ ਇੰਦ, ਕੋਈ ਲੋਕ ਨਹੀਂ ਸਮਝ ਸਕਦੇ ਕਿ ਸੁਣਨ ਵਾਲੇ ਦੀ ਅਵਸਥਾ ਐਨੀ ਉੱਚੀ ਬਣ ਸਕਦੀ ਹੈ, ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੋਖ ਪਾਪ ਕਾ ਨਾਸ। ਪਰਮਾਤਮਾ ਦੀ ਸਿਫਤ ਸਲਾਹ ਜਦੋਂ ਕੰਨਾਂ ਦੇ ਰਾਹੀਂ ਸੁਣੀਏ, ਸਾਰੇ ਪਾਪਾਂ ਦਾ ਤੇ ਕਿਲਬਿਖਾਂ ਦਾ ਨਾਸ਼ ਹੁੰਦਾ ਹੈ ਤੇ ਬੰਦੇ ਦੀ ਅਵਸਥਾ ਜਿਹੜੀ ਹੈ ਉਹ ਬੜੀ ਉੱਚੀ ਤੇ ਸੁੱਚੀ ਬਣ ਜਾਂਦੀ ਹੈ। ਅਗਲੇ ਪਦੇ ਵਿੱਚ ਜਿਹੜਾ ਅਖੀਰਲਾ ਪਦਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ, ਨਿਰਗੁਣ ਆਪ ਸਰਗੁਣ ਭੀ ਉਹੀ। ਉਹ ਨਿਰਗੁਣ ਹੈ, ਮਾਇਆ ਦੇ ਤਿੰਨੇ ਗੁਣਾਂ ਤੋਂ ਨਿਰਲੇਪ ਹੈ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਇਹਨਾਂ ਦੇ ਅੰਦਰ ਨਹੀਂ, ਇਹਨਾਂ ਤੋਂ ਨਿਰਲੇਪ ਹੈ। ਪਰ ਫਿਰ ਪਾਤਸ਼ਾਹ ਕਹਿੰਦੇ ਨੇ ਸਰਗੁਣ ਭੀ ਉਹੀ। ਉਹ ਤਿੰਨਾਂ ਗੁਣਾਂ ਦੇ ਅੰਦਰ ਮਿਲਿਆ ਹੋਇਆ ਵੀ ਹੈ, ਤਿੰਨਾਂ ਗੁਣਾਂ ਦੇ ਅੰਦਰ ਵਸਦਾ ਵੀ ਹੈ। ਭਾਵ ਕਿ ਮਾਇਆ ਤੋਂ ਨਿਰਲੇਪ ਵੀ ਹੈ, ਪਰ ਮਾਇਆ ਦੇ ਅੰਦਰ ਵਸਦਾ ਵੀ ਹੈ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖਾ ਤੂੰ ਵੀ ਪਰਮਾਤਮਾ ਦੇ ਗੁਣਾਂ ਵਿੱਚ ਸਾਂਝੀਵਾਲ ਹੋ ਜਾ। ਪਰਮਾਤਮਾ ਇਸ ਮਾਇਆ ਦੇ ਖਿਲਾਰੇ ਵਿੱਚ ਵਸਦਾ ਹੈ, ਆਪਣਾ ਆਸਣ ਲਗਾ ਕਰਕੇ ਬੈਠਾ ਹੈ, ਪਰ ਇਸ ਮਾਇਆ ਤੋਂ ਨਿਰਲੇਪ ਹੈ। ਤੇਰੇ ਕੋਲ ਵੀ ਇਹ ਜੁਗਤ ਆਣੀ ਚਾਹੀਦੀ ਹੈ। ਕਿਹੜੀ ਜੁਗਤ? ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ।
ਰਹਿਣਾ ਕਾਲਕ ਵਿੱਚ ਹੈ, ਰਹਿਣਾ ਮਾਇਆ ਦੇ ਅੰਦਰ ਹੈ, ਪਰ ਮਾਇਆ ਤੋਂ ਨਿਰਲੇਪ ਹੋ ਜਾਣਾ। ਇਹੀ ਕਾਰਨ ਹੈ ਜਿੱਥੇ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਗ੍ਰਸਤੀ ਬਣਾਇਆ ਹੈ ਨਾ, ਉੱਥੇ ਨਾਲ ਹੀ ਕਹਿ ਦਿੱਤਾ ਤੂੰ ਸੰਨਿਆਸੀ ਬਣ ਜਾ। ਗ੍ਰਸਤੀ ਹੈ, ਮਾਪਿਆਂ ਦੀ ਸੇਵਾ ਕਰਦਾ ਹੈ, ਬੱਚਿਆਂ ਦੀਆਂ ਲੋੜਾਂ ਤੇ ਥੋੜਾ ਪੂਰੀਆਂ ਕਰਦਾ ਹੈ, ਪਰ ਨਾਲ ਇੱਕ ਗੱਲ ਚੇਤੇ ਰੱਖਦਾ ਹੈ ਕਿ ਮੇਰਾ ਸੱਚਾ ਸਾਥੀ ਜਿਹੜਾ ਹੈ ਨਾ ਉਹ ਪਰਮਾਤਮਾ ਹੈ, ਹੋਰ ਕੋਈ ਨਹੀਂ। ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ, ਤਾਂ ਕਿ ਨਿਰਮਲ ਰੀਤ। ਹੁਣ ਇਹ ਜੀਵਨ ਜਾਚ ਜਿਹੜੀ ਹੈ ਪਵਿੱਤਰ ਬਣ ਜਾਂਦੀ ਹੈ, ਇਸ ਦੀ ਜੀਵਨ ਜੁਗਤ ਪਾਕ ਤੇ ਪਵਿੱਤਰ ਬਣ ਗਈ, ਕਿਉਂਕਿ ਗ੍ਰਸਤੀ ਬਣ ਕਰਕੇ ਵੀ ਇਹ ਸੰਨਿਆਸੀ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੇ ਮੋਹੀ। ਪਰਮਾਤਮਾ ਨੇ ਸਾਰੇ ਸੰਸਾਰ ਦੇ ਅੰਦਰ ਆਪਣੀ ਸੱਤਿਆ ਟਿਕਾਈ ਹੋਈ ਹੈ, ਤੇ ਸੱਤਾ ਟਿਕਾ ਕਰਕੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ ਹੈ, ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਈ। ਆਪਣੇ ਚੋਜ ਤਮਾਸ਼ੇ ਪਰਮਾਤਮਾ ਨੇ ਆਪਣੇ ਆਪ ਬਣਾਏ ਹੋਏ ਨੇ, ਆਪਣੀ ਖੇਡ ਆਪਣੇ ਆਪ ਬਣਾਈ ਹੋਈ ਹੈ। ਹੁਣ ਖੇਡ ਦੇ ਮੈਦਾਨ ਵਿੱਚੋਂ ਕੋਈ ਖਿਡਾਰੀ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਜਿੱਤਦਾ ਹੈ, ਕੋਈ ਹਾਰਦਾ ਹੈ, ਕੋਈ ਰੋਂਦਾ ਹੈ, ਕੋਈ ਹੱਸਦਾ ਹੈ। ਜਿਹੜਾ ਜਿੱਤ ਗਿਆ ਉਹ ਹੱਸਦਾ ਹੈ, ਜਿਹੜਾ ਹਾਰ ਗਿਆ ਉਹ ਰੋਂਦਾ ਹੈ। ਪਾਤਸ਼ਾਹ ਕਹਿੰਦੇ ਇਹ ਪਰਮਾਤਮਾ ਦੀ ਖੇਡ ਹੈ। ਇਸ ਖੇਡ ਦੇ ਅੰਦਰ, ਇਸ ਜਗਤ ਦੇ ਅੰਦਰ ਕੋਈ ਹੱਸਦਾ ਪਿਆ ਹੈ, ਕੋਈ ਰੋਂਦਾ ਪਿਆ ਹੈ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਇਹ ਸਭ ਪਰਮਾਤਮਾ ਦੀ ਖੇਡ ਚੱਲਦੀ ਪਈ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਈ। ਹੁਣ ਪਰਮਾਤਮਾ ਦੀ ਕੀਮਤ ਕੋਈ ਨਹੀਂ ਜੀ ਪਾ ਸਕਦਾ। ਪਰਮਾਤਮਾ ਨੂੰ ਆਪਣੀ ਕੀਮਤ ਦਾ ਆਪੇ ਪਤਾ ਹੈ, ਦੂਜਾ ਕਿਸੇ ਨੂੰ ਪਤਾ ਨਹੀਂ। ਕਿਉਂਕਿ ਕੋਈ ਪਰਮਾਤਮਾ ਵਰਗਾ ਵੱਡਾ ਹੋਵੇ ਤਾਂ ਕੀਮਤ ਜਾਣ ਸਕਦਾ ਹੈ। ਹੁਣ ਪਰਮਾਤਮਾ ਵਰਗਾ ਕੋਈ ਨਹੀਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਜਿਹੜੀ ਹੈ ਬਿਲਕੁਲ ਸਪਸ਼ਟ ਕਰ ਦਿੱਤੀ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡਿੱਠਾ ਹੋਏ। ਇਹ ਤਾਂ ਦੇਖ ਕਰਕੇ ਹੀ ਪਤਾ ਲੱਗ ਸਕਦਾ ਹੈ ਪਰਮਾਤਮਾ ਕਿੰਨਾ ਕੁ ਵੱਡਾ ਹੈ। ਸੁਣ ਕਰਕੇ ਤਾਂ ਸਾਰੇ ਆਖੀ ਜਾਂਦੇ ਨੇ ਪਰਮਾਤਮਾ ਵੱਡਾ, ਪਰਮਾਤਮਾ ਵੱਡਾ, ਪਰ ਦੇਖਿਆ ਤਾਂ ਕਿਸੇ ਨੇ ਨਹੀਂ ਨਾ ਕਿੰਨਾ ਵੱਡਾ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਚੀਰਾ ਦਾ ਅਰਥ ਹੈ ਵਿਸਥਾਰ, ਪਰਮਾਤਮਾ ਦਾ ਵਿਸਥਾਰ, ਪਰਮਾਤਮਾ ਦਾ ਖਿਲਾਰਾ ਕਿੰਨਾ ਕੁ ਵੱਡਾ ਹੈ, ਇਸ ਨੂੰ ਕੋਈ ਨਹੀਂ ਜਾਣ ਸਕਦਾ। ਬਸ ਇੱਕੋ ਇੱਕ ਜਾਣ ਸਕਦਾ ਹੈ, ਉਹ ਹੈ ਪਰਮਾਤਮਾ। ਆਪਣੀ ਕੀਮਤ ਆਪੇ ਪਾਈ, ਹਰ ਬਿਨ ਦੂਜਾ ਨਾਹੀ ਕੋਏ। ਪਰਮਾਤਮਾ ਵਰਗਾ ਕੋਈ ਦੂਜਾ ਨਹੀਂ। ਸਰਬ ਨਿਰੰਤਰ ਏਕੋ ਸੋਏ। ਜਿਹੜਾ ਸਾਰਿਆਂ ਦੇ ਅੰਦਰ ਵਸ ਰਿਹਾ ਹੋਵੇ, ਜਿਹੜਾ ਸਾਰਿਆਂ ਦੇ ਅੰਦਰ ਵਿਆਪਕ ਹੋਵੇ, ਇੱਕੋ ਇੱਕ ਸ਼ਖਸੀਅਤ ਹੈ, ਇੱਕੋ ਇੱਕ ਸ਼ਕਤੀ ਹੈ, ਉਹ ਹੈ ਪਰਮਾਤਮਾ। ਜਿਹੜਾ ਸਾਰਿਆਂ ਨੂੰ ਪੈਦਾ ਕਰਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਤੇ ਫਿਰ ਸਾਰਿਆਂ ਨੂੰ ਮਾਰਨ ਵਾਲਾ ਵੀ ਉਹ ਆਪਣੇ ਆਪ ਹੈ, ਹੋਰ ਕੋਈ ਦੂਜਾ ਤੀਜਾ ਨਹੀਂ। ਕਿਉਂਕਿ ਸਰਬ ਨਿਰੰਤਰ ਏਕੋ ਸੋਏ। ਹੁਣ ਇਹ ਗੁਣ ਬਹੁਤ ਵੱਡਾ ਹੈ। ਅੱਜ ਜਣਾ ਖਣਾ ਆਪਣੇ ਆਪ ਨੂੰ ਰੱਬ ਅਖਵਾਉਣ ਲੱਗਦਾ ਹੈ ਕਿ ਪੁੱਛੀਏ ਤੁਹਾਡੇ ਅੰਦਰ ਇਹ ਗੁਣ ਹੋ ਸਕਦਾ ਹੈ ਕਿ ਤੁਸੀਂ ਸਾਰਿਆਂ ਦੇ ਅੰਦਰ ਸਭਨੀ ਥਾਈਂ ਸਮਾ ਸਕਦੇ ਹੋ? ਨਹੀਂ, ਇਹ ਕੇਵਲ ਪਰਮਾਤਮਾ ਦੇ ਅੰਦਰ ਗੁਣ ਹੈ, ਜਿਸ ਵਾਸਤੇ ਸਤਿਗੁਰੂ ਨੇ ਆਖਿਆ ਤੂੰ ਸਭਨੀ ਥਾਈਂ ਜਿੱਥੈ ਹੋ ਜਾਈਂ। ਜਾਂ ਪਾਤਸ਼ਾਹ ਨੇ ਆਖ ਦਿੱਤਾ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਜਹ ਜੈ ਪੇਖੋਂ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹਾ ਸਰਬਤਰ ਮੈਂ ਮਨ ਸਦਾ ਧਿਆਈ। ਸਰਬ ਨਿਰੰਤਰ ਏਕੋ ਸੋਏ, ਫਿਰ ਕਿਵੇਂ ਸਮਾਇਆ ਹੋਇਆ ਹੈ? ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਤਾਣੇ ਪੇਟੇ ਵਾਂਗੂ ਉਹ ਹਰੇਕ ਰੂਪ ਦੇ ਅੰਦਰ, ਹਰੇਕ ਰੰਗ ਦੇ ਅੰਦਰ ਸਮਾਇਆ ਹੋਇਆ ਹੈ।
ਪਰ ਇਹ ਸੋਝੀ ਕਿੱਥੋਂ ਪ੍ਰਾਪਤ ਹੁੰਦੀ ਹੈ? ਭਏ ਪ੍ਰਗਾਸ ਸਾਧ ਕੈ ਸੰਗ। ਗੁਰੂ ਦੀ ਸੰਗਤ ਵਿੱਚ ਆ ਕਰਕੇ ਸੋਝੀ ਮਿਲਦੀ ਹੈ ਕਿ ਪਰਮਾਤਮਾ ਜ਼ਰਰੇ ਜ਼ਰਰੇ ਦੇ ਅੰਦਰ ਵਸਿਆ ਹੋਇਆ ਹੈ। ਨਹੀਂ ਤਾਂ ਬੰਦਾ ਇੱਕ ਥਾਂ ਤੇ ਪਰਮਾਤਮਾ ਨੂੰ ਲੱਭਣ ਚਲਾ ਜਾਂਦਾ ਹੈ, ਕਿਸੇ ਵਿਸ਼ੇਸ਼ ਥਾਂ ਤੇ ਜਾ ਕਰਕੇ ਸੋਚਦਾ ਹੈ ਪਰਮਾਤਮਾ ਇੱਥੇ ਵਸਦਾ ਹੈ। ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆਇਆ ਨਾ, ਤਾਂ ਅੰਦਰ ਦਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ, ਗਿਆਨ ਦਾ ਚਾਨਣ ਹੁੰਦਾ ਹੈ। ਔਰ ਜਦੋਂ ਗਿਆਨ ਦਾ ਚਾਨਣ ਹੁੰਦਾ ਹੈ ਨਾ, ਫਿਰ ਇਹ ਨਹੀਂ ਕਹਿੰਦਾ ਕਿ ਪ੍ਰਮਾਤਮਾ ਦੱਖਣ ਵਿੱਚ ਹੈ ਜਾਂ ਪ੍ਰਮਾਤਮਾ ਪੱਛਮ ਵਿੱਚ ਹੈ। ਫਿਰ ਤਾਂ ਕਹਿੰਦਾ ਪ੍ਰਮਾਤਮਾ ਸਭਨੀ ਥਾਈਂ ਹੈ, ਕੋਈ ਥਾਂ ਅਜਿਹਾ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ। ਪਰਮਾਤਮਾ ਨੇ ਰਚਨਾ ਰਚ ਦਿੱਤੀ ਸੰਸਾਰ ਦੀ, ਔਰ ਰਚ ਕਰਕੇ ਆਪਣੇ ਆਪ ਇਸ ਦੇ ਅੰਦਰ ਸਮਾ ਗਿਆ। ਆਪਣੀ ਸੱਤਾ ਇਸ ਸੰਸਾਰ ਦੇ ਅੰਦਰ, ਜਗਤ ਦੇ ਅੰਦਰ ਟਿਕਾ ਦਿੱਤੀ। ਰਚ ਕਰਕੇ ਵੱਖਰਾ ਨਹੀਂ ਹੋਇਆ ਕਿ ਪਰਮਾਤਮਾ ਨੇ ਸੰਸਾਰ ਬਣਾ ਦਿੱਤਾ ਤੇ ਬਣਾ ਕਰਕੇ ਵੱਖਰਾ ਹੋ ਗਿਆ ਹੋਵੇ, ਨਹੀਂ। ਪਾਤਸ਼ਾਹ ਕਹਿੰਦੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਉ। ਆਪਣਾ ਆਸਣ ਲਾ ਕਰਕੇ ਬੈਠ ਗਿਆ, ਵੱਖਰਾ ਨਹੀਂ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ। ਸਭ ਨੇ ਆਪਣੇ ਆਪ ਦੇਣ ਵਾਲਾ ਹੈ, ਸਭਨਾਂ ਨੂੰ ਰਿਜ਼ਕ ਦਿੰਦਾ, ਰਾਜ਼ਕ ਦਿੰਦਾ, ਕਿਉਂਕਿ ਜਿੱਥੇ ਉਹ ਸਭ ਦੀ ਸੰਭਾਲ ਕਰਦਾ, ਜਿਸ ਨੂੰ ਪੈਦਾ ਕਰਦਾ, ਸੰਭਾਲ ਕਰਦਾ, ਤੇ ਫਿਰ ਸੰਸਾਰ ਨੂੰ ਨਾਸ਼ ਕਰਨ ਵਾਲਾ ਵੀ ਉਹ ਪਰਮਾਤਮਾ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨਿਕ ਬਾਰ ਨਾਨਕ ਬਲਿਹਾਰੀ। ਸੱਚੇ ਪਾਤਸ਼ਾਹ ਕਹਿੰਦੇ ਮੈਂ ਐਸੇ ਪਰਮਾਤਮਾ ਤੋਂ ਵਾਰਣੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਹੜਾ ਪਰਮਾਤਮਾ ਸਾਰਿਆਂ ਦੇ ਅੰਦਰ ਵਿਆਪਕ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਪੈਦਾ ਕਰਕੇ ਛੱਡਦਾ ਨਹੀਂ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਤੇ ਫਿਰ ਸਾਰਿਆਂ ਨੂੰ ਮੌਤ ਦੇਣ ਵਾਲਾ, ਸਾਰਿਆਂ ਦੇ ਗੁਣਾ ਤੇ ਅਵਗੁਣਾ ਦੀ ਵਿਚਾਰ ਕਰਨ ਵਾਲਾ ਵੀ ਪਰਮਾਤਮਾ ਖੁਦ ਹੈ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਅਸੀਂ ਇਹਨਾਂ ਸ਼ਬਦਾਂ ਨੂੰ ਆਪਣੇ ਹਿਰਦੇ ਦੇ ਅੰਦਰ ਪਰੋ ਲਈਏ, ਹਾਰ ਬਣਾ ਲਈਏ ਇਹਨਾਂ ਸ਼ਬਦਾਂ ਦਾ, ਤਾਂ ਕਰਕੇ ਸਾਡਾ ਜੀਵਨ ਜਿਹੜਾ ਹੈ ਇਹ ਸਫਲਾ ਹੋ ਸਕੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਸ਼ਬਦ ਦੀ ਵਿਚਾਰ ਕਰਾਈ ਹੈ। ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਦਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।